ਤੁਹਾਡੀ ਦੋਸਤ ਸ਼ੁਗਫਤਾ ਗਿਨੀ ਲੋਧੀ ਇੱਕ ਵਾਰੀ ਫੇਰ ਪੰਜਾਬੀ ਬੈਠਕ ਦੇ ਨਾਲ ਇੱਕ ਬਹੁਤ ਹੀ ਉਚੇਚੇ ਪ੍ਰਾਹੁਣਿਆਂ ਦੇ ਨਾਲ ਜਿਨ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਔਰ ਉਹ ਤੁਹਾਡੇ ਬਹੁਤ ਜਾਣੇ ਪਹਿਚਾਨੇ ਨੇ ਭਾਰਤ ਦੇ, ਪਾਕਿਸਤਾਨ ਦੇ ਔਰ ਬਾਕੀ ਦੁਨੀਆ ਤੇ ਜਿੱਥੇ ਜਿੱਥੇ ਵੀ ਪੀਸ ਮਿਸ਼ਨ ਵਾਸਤੇ ਤੇ ਪੀਸ ਐਕਟਿਵਿਸਟ ਬੈਠੇ ਨੇ ਉਹ ਇਹਨਾਂ ਦਾ ਨਾਮ ਬਹੁਤ ਅੱਛੀ ਤਰ੍ਹਾਂ ਜਾਣਦੇ, ਇਹਨਾਂ ਦਾ ਚਿਹਰਾ ਉਹਨਾਂ ਦੇ ਦਿਲਾਂ ਤੇ ਨਕਸ਼ ਹੈ, ਦਿਮਾਗਾਂ ਤੇ ਨਕਸ਼ ਹੈ। ਜਨਾਬ ਦੀਪ ਸਈਦਾ ਹੋਰੀ ਅੱਜ ਦੇ ਸਾਡੀਆਂ ਉਚੇਚੀਆਂ ਪ੍ਰਾਹੁਣੀਆਂ ਨੇ ਤੇ ਦੀਪ ਜੀ ਬੜੀ ਮਿਹਰਬਾਨੀ ਜੀ ਆਇਆਂ ਜੀ, ਜੀ ਥੈਂਕ ਯੂ ਸੋ ਮਚ। ਤੇ ਤੁਸੀਂ ਹੁਣੇ ਵੀ ਦਫ਼ਤਰ ਚੋਂ ਆਏ ਹੋ ਔਰ ਬੜਾ ਵਧੀਆ ਔਰਤਾਂ ਲਈ ਕੰਮ ਕਰਦੇ ਪਏ ਹੋ, ਬੜਾ ਵਧੀਆ ਪੀਸ ਐਕਟਿਵਿਜ਼ਮ ਕਰ ਰਹੇ ਹੋ, ਉਹਦੇ ਬਾਅਦ ਪੰਜਾਬੀ ਲਈ ਬੜਾ ਕੰਮ ਕਰਦੇ ਪਏ ਹੋ ਔਰ ਤੁਹਾਨੂੰ ਅਸੀਂ ਹਰ ਕੋਈ ਇਸ਼ੂ ਹੋਏ ਦੁਨੀਆ ਦੇ ਕਿਸੇ ਕੋਨੇ ਤੇ ਔਰ ਖਾਸ ਤੌਰ ਤੇ ਉਹ ਆਪਣੇ ਭਾਰਤ 'ਚ ਪਾਕਿਸਤਾਨ ਦੇ ਵਿੱਚ ਕਿਤੇ ਵੀ ਜ਼ੁਲਮ ਜ਼ਿਆਦਤੀ ਹੁੰਦੀ ਹੈ ਕਿਸੇ ਨਾਲ ਵੀ ਔਰ ਉੱਥੇ ਅਮਨ ਦੀ ਗੱਲ ਕਰਨੀ ਹੋਏ ਤੇ ਸਾਨੂੰ ਉੱਥੇ ਪਲੇ ਕਾਰਡ ਲੈ ਕੇ ਦੀਪ ਸਈਦਾ ਆਪਣੇ ਬੱਚਿਆਂ ਨਾਲ, ਟੀਮ ਨਾਲ, ਮੁੰਡਿਆਂ ਕੁੜੀਆਂ ਨਾਲ ਖੜੇ ਨਜ਼ਰ ਆਉਂਦੇ ਨੇ। ਤੇ ਹੁਣ ਅੱਜ ਕੱਲ ਸਾਨੂੰ ਇਹ ਵੀ ਪਤਾ ਚੱਲਿਆ ਕਿ ਤੁਸੀਂ ਠੀਕ ਵੀ ਨਹੀਂ ਹੋ, ਕੋਈ ਬਾਜ਼ੂ ਥੋੜਾ ਜਿਹਾ ਮਸਲਾ ਹੈ ਤੇ ਇਸ ਦੇ ਬਾਵਜੂਦ ਵੀ ਤੁਹਾਡੇ ਡਾਕਟਰ ਕਹਿੰਦੇ ਨੇ ਕਿ ਵੀ ਉਹ ਅੱਲਾ ਦਾ ਵਾਸਤਾ ਕੁਝ ਆਰਾਮ ਕਰ ਲਓ ਤੇ ਤੁਸੀਂ ਫੇਰ ਕਿਤੇ ਨਾ ਕਿਤੇ ਨਜ਼ਰ ਆਉਂਦੇ ਪਏ ਹੋ ਸਾਨੂੰ। ਬੜੀ ਮਿਹਰਬਾਨੀ, ਹਾਂ ਤੁਹਾਡੀ ਬਹੁਤ ਮਿਹਰਬਾਨੀ। ਪਹਿਲੀ ਗੱਲ ਤੇ ਇਹ ਕਿ ਤੁਹਾਡੇ ਪਿੱਛੇ ਜਿਹੜੇ ਸਰੋਂ ਦੇ ਫੁੱਲ ਨੇ ਇਹ ਮੈਨੂੰ ਬਿਲਕੁਲ ਇਵੇਂ ਲੱਗ ਰਿਹਾ ਕਿ ਮੈਂ ਆਪਣੇ ਪਿੰਡ 'ਚ ਬੈਠੀ ਹਾਂ। ਇਹ ਸਾਰਾ ਜਿਹੜਾ ਪਿੱਛੇ ਤੁਸੀਂ ਜੋ ਵੀ ਉਹ ਵਾਲਪੇਪਰ ਹੈ, ਜਿਹੜੀ ਵੀ ਸ਼ੈ ਹੈ ਬਹੁਤ ਸੋਹਣੀ ਹੈ। ਬਿਲਕੁਲ ਮੇਰੇ ਬਚਪਨ ਤੋਂ ਲੈ ਕੇ ਹੁਣ 58 ਸਾਲ ਮੇਰੀ ਉਮਰ ਹੋ ਗਈ, ਬੁਢਾਪੇ ਤੱਕ ਦਾ ਮੇਰਾ ਕਾਫੀ ਟਾਈਮ ਜਿਹੜਾ ਹੈ ਉਹ ਪਿੰਡਾਂ 'ਚ ਗੁਜ਼ਰਿਆ ਤੇ ਨੇਚਰ ਤੇ ਮੈਂ ਬਹੁਤ ਕਰੀਬ ਹਾਂ ਤੇ ਉਹ ਬਹੁਤ ਹੀ ਇੰਨੀ એનર્ਜੀ ਮਿਲ ਰਹੀ ਹੈ ਤੁਹਾਡੀ ਇਹ ਬੈਕਗ੍ਰਾਉਂਡ ਵੇਖ ਕੇ। ਦੂਜਾ ਜਿਹੜਾ ਤੁਸੀਂ ਮੇਰੀ ਤਾਰੀਫ ਕਰਾਇਆ, ਮੈਂ ਬਹੁਤ ਧੰਨਵਾਦ, ਬਹੁਤ ਮੈਂ ਹੰਬਲਡ ਹਾਂ। ਤੇ ਮੇਰੀ ਜਿਹੜਾ ਮੈਂ ਆਪਣੇ ਆਪ ਨੂੰ ਕਿਉਂਕਿ ਇੱਕ ਐਕਟਿਵਿਸਟ ਸਮਝਦੀ ਹਾਂ ਤੇ ਮੇਰਾ ਖਿਆਲ ਹੈ ਕਿ ਐਕਟਿਵਿਸਟ ਉਹੀ ਹੁੰਦਾ ਜਿਹਦਾ ਕੰਮ ਹੈ ਕਿ ਜਿਹਦੇ ਨਾਲ ਕੋਈ ਨਾ ਖੜਾ ਹੋਏ, ਜਿਹੜੀ ਚੀਜ਼ ਤੇ ਕੋਈ ਗੱਲ ਨਾ ਕਰੇ ਕਿ ਕਿਸੇ ਵਜ੍ਹਾ ਤੋਂ ਲੋਕ ਉਹਦੀ ਵਜ੍ਹਾ ਤੋਂ ਡਰ ਜਾਂ ਟੈਬੂਸ ਜਾਂ ਜੋ ਵੀ ਚੀਜ਼ਾਂ ਨੇ ਇੰਨੀ ਵਜ੍ਹਾ ਤੋਂ ਚੁੱਪ ਰਹਿੰਦੇ ਹੋਣ। ਐਕਟਿਵਿਸਟ ਦਾ ਕੰਮ ਹੈ ਹਰ ਉਸ ਬੰਦੇ ਦੇ ਨਾਲ ਖਲੋਣਾ ਜਿਹੜਾ ਕਿਸੇ ਤਰ੍ਹਾਂ ਵੀ ਕਮਜ਼ੋਰ ਹੈ ਤੇ ਹਰ ਉਸ ਜਿਸ ਤਰ੍ਹਾਂ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਸਾਡੇ ਜਿਹੜੇ ਮੁਸਲਮਾਨ ਨੇ ਕਸ਼ਮੀਰ ਵਿੱਚ ਉਹਨਾਂ ਨਾਲ ਜ਼ਿਆਦਤੀ ਹੋ ਰਹੀ ਤੇ ਉਸ ਤੋਂ ਜ਼ਿਆਦਾ ਦੁੱਖ ਹੁੰਦਾ ਹੈ ਜਿਹੜੇ ਸਾਡੇ ਆਪਣੇ ਲੋਕ ਜਿਹੜੇ ਕਿ ਸਾਡੇ ਮੁਲਕ 'ਚ ਰਹਿੰਦੇ ਨੇ ਉਹਨਾਂ ਨਾਲ ਮਜ਼ਹਬ ਜਾਂ ਕਿਸੇ ਵੀ ਬੁਨਿਆਦ ਤੇ ਉਹਨਾਂ ਦੀ ਨਾਲ ਜਿਹੜੇ ਅਸੀਂ ਸਾਡੇ ਕੁਝ ਕਾਨੂੰਨ ਨੇ ਡਿਸਕ੍ਰਿਮੀਨੇਟਰੀ ਜਾਂ ਉਹ ਤੇ ਉਹ ਆਵਾਜ਼ ਚੁੱਕਣਾ ਐਕਟਿਵਿਸਟ ਦਾ ਕੰਮ ਹੀ ਹੈ ਕਿ ਉਹ ਆਵਾਜ਼ ਚੁੱਕੇ ਔਰ ਆਪਣੀ ਜਿਹੜੇ ਮੁਲਕ 'ਚ ਰਹਿੰਦੇ ਨੇ ਲੋਕ ਉਹਦਾ ਉਸ ਮੁਲਕ ਦੀ ਜਿਹੜੇ ਵੀ ਸਟੇਟ ਹੈ ਉਹਨੂੰ ਦੱਸਣਾ ਕਿ ਇਹ ਸਹੀ ਨਹੀਂ ਹੋ ਰਿਹਾ, ਇਹਨੂੰ ਠੀਕ ਕਰੀਏ। ਤੇ ਉਹ ਠੀਕ ਕਰਨ ਦਾ ਕਿਉਂਕਿ ਮੈਨੂੰ ਆਪਣੇ ਵਤਨ ਨਾਲ ਮੁਹੱਬਤ ਹੈ ਤੇ ਮੈਂ ਚਾਹੁੰਦੀ ਹਾਂ ਕਿ ਇਹਦੇ ਵਿੱਚ ਜਿਹੜੀਆਂ ਵੀ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਠੀਕ ਨਹੀਂ ਨੇ ਉਹਨਾਂ ਤੇ ਰੋਲਾ ਪਾਓ ਤੇ ਉਹ ਠੀਕ ਹੋਣ। ਤੇ ਅਸੀਂ ਜਿੱਥੇ ਵੀ ਜਾਈਏ ਸਿਰ ਉੱਚਾ ਕਰਕੇ ਇੱਜ਼ਤ ਨਾਲ ਜਾਈਏ। ਸਾਡੇ ਅੱਗੇ ਜਿਹੜੀਆਂ ਪੂਰੀਆਂ ਫਾਈਲਾਂ ਖੁੱਲੀਆਂ ਹੁੰਦੀਆਂ ਨੇ ਕਿ ਤੁਸੀਂ ਇਹ ਕਰਦੇ ਹੋ ਤੇ ਤੁਸੀਂ ਇਹ ਕਰਦੇ ਹੋ ਤੇ ਉਹ ਥੋੜੀ ਸ਼ਰਮਿੰਦਗੀ ਤੋਂ ਅਸੀਂ ਬਚ ਜਾਈਏ। ਅੱਛਾ ਦੀਪ ਜੀ, ਥੋੜਾ ਜਿਹਾ ਤੁਸੀਂ ਕੈਮਰਾ ਪਿੱਛੇ ਕਰੋ ਕਿਉਂਕਿ ਇਹ ਬਸ ਹਾਂਜੀ ਹੁਣ ਠੀਕ ਹੈ। ਤੇ ਇਹ ਤੇ ਤੁਸੀਂ ਗੱਲ ਸੁਣੋ ਕਿ ਇਹ ਕੰਮ ਤੇ ਬੜਾ ਔਖਾ ਜਿਹਾ ਹੈ ਤੇ ਤੁਸੀਂ ਸ਼ੁਰੂ ਕੀਤਾ 1991 ਤੋਂ ਕੋਈ 25 ਮਤਲਬ ਇਤਨੇ ਸਾਲ ਤੁਹਾਨੂੰ ਹੋ ਗਏ ਔਰ ਤੁਸੀਂ ਅਮਨ ਦੇ ਹਵਾਲੇ ਨਾਲ ਜਿਹੜਾ ਆਪਣਾ ਪਾਕ ਇੰਡੀਆ ਦਾ ਜਿਹੜਾ ਇੱਕ ਮਿਸ਼ਨ ਹੈ ਉਹ ਵੀ ਬੜਾ ਵੱਡਾ ਮਿਸ਼ਨ, ਠੀਕ ਹੈ। ਸਾਡੇ ਖਿੱਤੇ ਦੇ ਵਿੱਚ ਬੜਾ ਕੁਝ ਹੋ ਰਿਹਾ ਹੈ ਤੇ ਉਸ ਖਿੱਤੇ ਦੇ ਨਾਲ ਫਿਰ ਜਿਸ ਤਰ੍ਹਾਂ ਕਿ ਹੈ ਕਸ਼ਮੀਰ ਦਾ ਵੀ ਤੁਸੀਂ ਦੱਸਿਆ ਤੇ ਤੁਹਾਨੂੰ ਡਰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਉਹ ਤੇ ਚੁੱਕੇ ਜਾਂਦੇ ਨੇ ਲੋਕ ਇਹੋ ਜਿਹੀ ਸੱਚੀ ਗੱਲ ਕਰਨ ਵਾਲੇ? ਜੀ ਉਹ 1991 ਤੋਂ ਮੈਂ ਪਾਕਿਸਤਾਨ ਸ਼ੁਰੂ ਕੀਤਾ। ਉਸ ਤੋਂ ਪਹਿਲੇ ਮੈਂ ਅਮਰੀਕਾ ਰਹਿੰਦੀ ਸਾਂ ਤੇ ਮੈਂ ਉੱਥੇ ਵੀ ਐਕਟਿਵਿਜ਼ਮ ਕਰਦੀ ਸਾਂ। ਉੱਥੇ ਜਿਹੜਾ ਹੈ ਨਿਊਯਾਰਕ ਵਿੱਚ ਮੈਂ ਰਹਿੰਦੀ ਸਾਂ ਤੇ ਇੱਕ ਪਹਿਲੀ ਵਾਰੀ ਨਿਊਯਾਰਕ ਦੀ ਤਾਰੀਖ ਵਿੱਚ ਇੱਕ ਅਫਰੀਕਨ ਅਮਰੀਕਨ ਜਿਹੜਾ ਮੇਅਰ ਹੈ
ਉਹਦੀ ਉਹਨੇ ਇਲੈਕਸ਼ਨ ਲੜਨੇ ਸਨ ਨਿਊਯਾਰਕ ਦਾ ਮੇਅਰ ਬਣਨ ਲਈ, ਤੇ ਉਹਨਾਂ ਦੇ ਲਈ ਜਾ ਕੇ ਘਰ ਘਰ ਬੂਏ ਤੇ ਜਾ ਕੇ ਦਰਵਾਜ਼ੇ ਖੜਕਾਣੇ, ਉਹਨਾਂ ਦੇ ਫਲਾਇਰ ਬਣਨੇ, ਤੇ ਐਕਟਿਵਿਜ਼ਮ ਸਮਝ ਲਓ ਕਿ ਜਿਵੇਂ ਤੁਹਾਡੇ ਅੰਦਰ ਹੈ। ਇਹਦਾ ਇੱਥੇ ਪਾਕਿਸਤਾਨ ਵਿੱਚ ਜਦੋਂ ਮੈਂ ਆਈ ਹਾਂ ਤੇ ਇੱਥੇ ਉਦੋਂ ਸ਼ੁਰੂ ਕੀਤਾ। ਇੰਡੀਆ ਪਾਕਿਸਤਾਨ ਵਾਲਾ ਇਸ ਲਈ ਜ਼ਰੂਰੀ ਸੀ ਕਿ ਜਦੋਂ ਮੈਂ ਅਮਰੀਕਾ 'ਚ ਰਹੀ ਹਾਂ ਤੇ ਜਿਹੜੀ ਜਿਸ ਨੇਬਰਹੁੱਡ 'ਚ ਮੈਂ ਰਹਿੰਦੀ ਸਾਂ ਉੱਥੇ ਜਿਹੜੇ ਜਾਂ ਜਿੱਥੇ ਵੀ ਜਾਣਾ ਜਿਹੜੇ ਇਮੀਡੀਏਟ ਤੁਹਾਡੇ ਦੋਸਤ ਬੰਦੇ ਨੇ ਉਹ ਹਿੰਦੁਸਤਾਨੀ ਨੇ। ਇੰਟਰਨੈਸ਼ਨਲ ਕਾਨਫਰੰਸ 'ਚ ਜਾਂਦੇ ਹੋ, ਪੂਰੀ ਦੁਨੀਆ ਦੀਆਂ ਕੌਮਾਂ ਉੱਥੇ ਆਈਆਂ ਨੇ, ਤੁਹਾਡੀ ਫੌਰਨ ਕਾਨਫਰੰਸ ਤੋਂ ਬਾਹਰ ਨਿਕਲਣਾ ਚਾਹ ਲਈ ਰੋਟੀ ਲਈ ਸਭ ਤੋਂ ਪਹਿਲੇ ਜਿਨ੍ਹਾਂ ਦੇ ਨਾਲ ਗੱਲਬਾਤ ਹੋਣੀ ਉਹ ਹੀ ਤੁਹਾਡੇ, ਕਿਉਂਕਿ ਅਸੀਂ ਇੰਨੀ ਸਾਲਾਂ ਤੱਕ ਇਕੱਠੇ ਸਾਂ, ਸਾਡੇ ਬੋਲੀ ਇੱਕੋ ਹੈ, ਸਾਡਾ ਕਲਚਰ ਇੱਕੋ ਹੈ, ਸਾਡੀ ਪੁਰਾਣੀ ਤਾਰੀਖ ਇੱਕੋ ਹੈ। ਸਾਡੀਆਂ ਡਿਵਾਈਡਡ ਫੈਮਲੀਜ਼ ਨੇ, ਜਿਹੜੇ ਲੋਕ ਪਾਕਿਸਤਾਨ ਵਿੱਚ ਰਹਿੰਦੇ ਨੇ, ਔਰਤ ਰਹਿੰਦੀ ਹੈ, ਭਰਾ ਉਹਦਾ ਹਿੰਦੁਸਤਾਨ ਵਿੱਚ, ਤੇ ਜਿੰਨੀ ਦੇਰ ਤੱਕ ਨਾਰਮਲ ਤਾਲੁਕ ਨਾ ਹੋਣ ਉਨੀ ਦੇਰ ਤੱਕ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਆਸਾਨ ਨਹੀਂ ਹੋਣੀਆਂ। ਤੇ ਸਾਨੂੰ ਵੀ ਇਹ ਲੱਗਦਾ ਸੀ ਕਿ ਮੈਂ ਇਸ ਕੰਪੇਨ ਵਿੱਚ ਇਸ ਲਈ ਐਕਟਿਵ ਸਾਂ ਕਿ ਉਸ ਵਕਤ ਪਾਕਿਸਤਾਨ ਵਿੱਚ ਤਾਲਿਬਾਨ ਔਰ ਟੈਰਰਿਜ਼ਮ ਇਹ ਚੀਜ਼ਾਂ ਨਹੀਂ ਸਨ, ਤੇ ਸਾਨੂੰ ਲੱਗਦਾ ਸੀ ਕਿ ਅਸੀਂ ਦੋਵੇਂ ਮੁਲਕ ਗਰੀਬ ਜਿਹੇ ਹੈਗੇ ਆ ਤੇ ਆਪਣੇ ਅਸਲੇ ਬਰੂਦ ਤੇ ਇੰਨਾ ਪੈਸਾ ਲਾਈ ਜਾਂਦੇ ਆ। ਇੰਡੀਆ ਦੀ ਵੀ ਸਿਰਫ ਪਾਕਿਸਤਾਨ ਨਾਲ ਹੀ ਟੈਨਸ਼ਨ ਸੀ ਉਸ ਪਾਰਟੀਕੂਲਰ ਟਾਈਮ ਤੇ ਪਾਕਿਸਤਾਨ ਦੀ, ਤੇ ਅਸੀਂ ਆਪਣੇ ਦਫਾ ਦੇ ਚੱਕਰ ਤੇ ਕਰੋੜਾਂ ਅਰਬਾਂ ਰੁਪਏ ਲਾਈ ਜਾਂਦੇ ਆ। ਦੋਵਾਂ ਪਾਸੇ ਲੋਕ ਜਿਹੜੇ ਨੇ ਨਾ ਉਹਨਾਂ ਨੂੰ ਤਾਲੀਮ ਮਿਲ ਰਹੀ ਨਾ ਹੈਲਥ ਦੀ ਸਹੂਲਤ ਹੈ, ਤੇ ਉਹ ਅਸੀਂ ਇਸ ਲਈ ਉਹਨੂੰ ਆਪਣਾ ਇੱਕ ਜ਼ਿੰਦਗੀ ਦਾ ਮਕਸਦ ਬਣਾਇਆ ਕਿ ਇਹਨਾਂ ਦੋਨਾਂ ਮੁਲਕਾਂ ਦੇ ਅੰਦਰ ਜਿਹੜੀ ਹੈ ਦੋਸਤੀ ਲਈ ਜਿਹੜਾ ਲੋਕਾਂ ਦੇ ਐਕਸਚੇਂਜ ਪ੍ਰੋਗਰਾਮ ਹੋਏ। ਉਹਦੇ ਚ ਬਹੁਤ ਜ਼ਿਆਦਾ ਮੁਸ਼ਕਲਾਤ ਆਈਆਂ। ਹੁਣ ਮੈਨੂੰ ਨਹੀਂ ਪਤਾ ਕਿ ਉਹ ਮੁਸ਼ਕਲਾਤ ਮੈਂ ਸਾਰੀਆਂ ਤੁਹਾਨੂੰ ਦੱਸ ਸਕਦੀ ਹਾਂ ਇੱਥੇ। ਤੁਹਾਡੇ ਲਈ ਨਾ ਕੋਈ ਦੱਸੋ ਕਿ ਉਹ ਦੇਖ ਲਓ ਤੁਹਾਡੇ ਲਈ ਮੁਸ਼ਕਲ ਨਾ ਹੋਏ ਤੇ ਫਿਰ ਅਸੀਂ ਤਾਂ ਬੈਠੇ ਦੇ ਹਾਂ। ਖੈਰ ਤੁਸੀਂ ਵੀ ਬਹੁਤ ਬਹਾਦਰ ਬੰਦੇ ਹੋ। ਹਾਂ, ਤੇ ਉਹ ਕਾਫੀ ਮੁਸ਼ਕਲਾਤ ਜਿਹੜੀਆਂ ਨੇ ਉਹ ਜਦੋਂ ਤੁਸੀਂ ਕੰਮ ਕਿਸੇ 'ਚ ਹੱਥ ਪਾਉਂਦੇ ਹੋ ਜਾਂ ਕਰਦੇ ਹੋ ਤੇ ਉਹਦੇ ਜਿਹੜੇ ਨੇ ਅੱਗੇ ਤੁਹਾਡੇ ਨਾਲ ਹੋਣਾ ਕੀ ਹੈ ਉਹਦੇ ਲਈ ਜ਼ਿਹਨੀ ਤੌਰ ਤੇ ਤਿਆਰ ਰਹਿਣਾ ਚਾਹੀਦਾ ਹੈ। ਤੇ ਉਹ ਇਸ ਲਈ ਉਹ ਜਿਹੜੇ ਵੀ ਆਲੇ ਦੁਆਲੇ ਸਾਥੀ ਦੋਸਤ ਹਨ ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਇੰਡੀਆ ਦਾ ਕੰਮ ਇੰਨਾ ਆਸਾਨ ਨਹੀਂ ਹੈ ਤੇ ਇਹਦੇ ਤੇ ਕਾਫੀ ਮਸਲੇ ਪੈਦਾ ਹੋਣਗੇ। ਉਹ ਮਸਲੇ ਹੋਏ ਤੇ ਉਹਨਾਂ ਨੂੰ ਬੜੀ ਹਿੰਮਤ ਔਰ ਹੌਸਲੇ ਨਾਲ ਜਿਹੜਾ ਹੈ ਬਰਦਾਸ਼ਤ ਕੀਤਾ। ਜਿੰਨੀ ਵੀ ਪਰਸੀਕਿਊਸ਼ਨ ਹੈ, ਕਿਉਂਕਿ ਕੋਈ ਦੋ ਨੰਬਰੀ ਹੈਗੀ ਨਹੀਂ ਸੀ ਇਹਨਾਂ ਦੋਨਾਂ ਮੁਲਕਾਂ ਇੰਡੀਆ ਪਾਕਿਸਤਾਨ ਵਿੱਚ। ਇੱਕ ਬਹੁਤ ਹੀ ਬਦਕਿਸਮਤੀ ਹੈ ਕਿ ਉਹਨਾਂ ਨੇ ਗੱਲ ਪਾਈ ਹੈ ਕਿ ਹਿੰਦੁਸਤਾਨ ਹੈ ਜਿਹੜਾ ਬੰਦਾ ਪਾਕਿਸਤਾਨ ਨਾਲ ਦੋਸਤੀ ਦੀ ਗੱਲ ਕਰੇਗਾ ਉਹਨੂੰ ਕਹਿਣਗੇ ISI ਦੇ ਲੋਕ ਨੇ, ਉਸ ਇੰਡੀਅਨ ਨੂੰ। ਪਾਕਿਸਤਾਨ ਨੇ ਜਿਹੜਾ ਗੱਲ ਕਰੇਗਾ ਉਹਨੂੰ ਕਹਿਣਗੇ ਰॉ ਦੇ ਏਜੰਟ ਨੇ। ਤੇ ਉਹ ਬੜੀ ਮੁਸਤਕਿਲ ਮਿਜ਼ਾਜੀ ਨਾਲ ਉਹ ਸਾਰੀ ਜਿਹੜੀ ਹੈ ਲੰਮੀ ਜਿਹੜੀ ਲੜਾਈ ਹੈ ਉਹ ਹਾਲੇ ਵੀ ਚੱਲ ਰਹੀ ਹੈ, ਕੋਈ ਮੁੱਕੀ ਨਹੀਂ। ਉਹ ਕਰ ਰਹੇ ਆ, ਲੇਕਿਨ ਇਹਦੇ ਪਿੱਛੇ ਕੋਈ ਬੁਰੀ ਕੋਈ ਗਲਤ ਇੰਟੈਂਸ਼ਨ ਨਹੀਂ। ਇਹਦੀ ਆਪਣੇ ਮੁਲਕ ਨੂੰ ਇੱਜ਼ਤ ਦੇਣਾ, ਇਹਦਾ ਨਾਂ ਦੇਣਾ, ਇਹਦਾ ਸਿਰ ਉੱਚਾ ਕਰਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ। ਤੇ ਉਹ ਸਾਰੀਆਂ ਚੀਜ਼ਾਂ ਸਹੀਆਂ ਨੇ। ਜਿਹੜੇ ਵੀ ਲੋਕ ਪਿੱਛੇ ਸਨ ਜਾਂ ਹਰਾਸ ਕਰਦੇ ਨੇ ਜਾਂ ਤੁਹਾਡੀ ਪਰਸੀਕਿਊਸ਼ਨ ਹੈ ਜੋ ਵੀ ਉਹ ਕਰ ਰਹੇ ਸਨ, ਉਹ ਸਾਰਾ ਫਰੋਲ ਫਰਾਲ ਕੇ ਕਿ ਨਾ ਕੁਝ ਨਿਕਲਿਆ ਵਿੱਚੋਂ ਹੈ ਨਹੀਂ। ਉਹਦਾ ਜਿਹੜਾ ਹੈਗਾ ਜਿਹੜੇ ਲੋਕਾਂ ਦੇ ਕੋਈ ਨੈਗੇਟਿਵ ਜਿਨ੍ਹਾਂ ਦੇ ਏਜੰਡਾਜ਼ ਹੁੰਦੇ ਨੇ ਉਹ ਇਸ ਤਰ੍ਹਾਂ ਓਪਨਲੀ ਹਰ ਗੱਲ ਤੇ ਸੜਕਾਂ ਤੇ ਨਹੀਂ ਆਉਂਦੇ। ਹਾਂ, ਤੇ ਇਸ ਲਈ ਜਿਹੜਾ ਹੈ ਉਹ ਕੋਈ ਮੁਸ਼ਕਲ ਜਿਹੜੀ ਹੈ ਉਹ ਜ਼ਿੰਦਗੀ ਦਾ ਹਿੱਸਾ ਨਹੀਂ ਤੇ ਉਹ ਮੈਂ ਉਹਦੇ ਲਈ ਤਿਆਰ ਹਾਂ। ਇਸ ਲਈ ਵਕਤ ਤੋਂ ਬਕੌਲ ਮੇਰੀ ਮਾਂ ਦੇ ਇੰਨਾ ਸਿਰ ਚਿੱਟਾ ਉਹਨਾਂ ਦਾ ਨਹੀਂ ਜਿੰਨਾ ਮੇਰਾ। ਵਕਤ ਤੋਂ ਬਹੁਤ ਪਹਿਲੇ ਉਹ ਜਿਹੜੀ ਟੈਨਸ਼ਨ ਹੈ ਉਹਦੇ ਨਾਲ ਤੁਸੀਂ ਉਮਰ ਤੋਂ ਬਹੁਤ ਪਹਿਲੇ ਜਿਹੜਾ ਹੈ ਜ਼ਿਆਦਾ ਉਮਰ ਦੇ ਲੱਗਦੇ ਹੋ, ਕਿਉਂਕਿ ਤੁਸੀਂ ਮੁਸਲਸਲ ਇੱਕ ਪਰੇਸ਼ਾਨੀ ਹੈ ਜਿਹੜੀ ਤੁਸੀਂ ਫੇਸ ਕਰਦੇ ਹੋ। ਲੇਕਿਨ ਮੈਨੂੰ ਬਹੁਤ ਖੁਸ਼ੀ ਹੈ ਤੇ ਮੈਂ ਆਪਣੀ ਇੱਜ਼ਤ ਸਮਝਣੀ ਆ। ਮੈਂ ਸਮਝਣੀ ਆ ਕਿ ਮੈਨੂੰ ਅਗਰ ਇਸ ਕੰਮ ਲਈ ਰੱਬ ਨੇ ਚੁਣਿਆ ਹੈ ਤੇ ਬੜਾ ਵਧੀਆ ਕੰਮ ਹੈ। ਆਪਣੇ ਮੁਲਕ ਦੀ ਇੱਜ਼ਤ ਬਣਾਉਣਾ, ਉਹਦੇ ਵਿੱਚ ਮਾੜੇ ਲੋਕਾਂ ਦੀ ਆਵਾਜ਼ ਚੁੱਕਣਾ, ਤੇ ਮੈਂ ਬਹੁਤ ਖੁਸ਼ ਹਾਂ ਉਹਦੇ ਤੇ। ਪਰੇਸ਼ਾਨੀਆਂ ਪੁਰਚੂਨੀਆਂ ਉਹਦਾ ਹਿੱਸਾ ਨੇ। ਹਾਏ ਸੋ ਸਵੀਟ, ਸਲੂਟ ਹੈ ਤੁਹਾਨੂੰ। ਅੱਛਾ, ਇਹ ਫਿਰ ਤੁਹਾਡਾ ਕੈਮਰਾ ਜ਼ਰਾ ਜੀ ਅੱਗੇ ਆਂਦਾ, ਜ਼ਰਾ ਕਿ ਪਿੱਛੇ ਕਰ ਲਓ। ਇੰਜ ਬਸ ਉਹ ਅਸਲ ਵਿੱਚ ਪ੍ਰੋਬਲਮ ਹੈ ਕਿ ਮੇਰਾ ਜਿਹੜਾ ਸੱਜਾ ਹੱਥ ਹੈ ਉਹਦੇ ਤੇ ਪਲਸਤਰ ਲੱਗਿਆ ਹੈ ਤੇ ਇਹਨੂੰ ਮੈਂ ਖੱਬੇ ਹੱਥ 'ਚ ਫੜਿਆ ਫੋਨ ਨੂੰ ਤੇ ਉਹ ਇਸ ਲਈ ਆਪਣੀ ਜਗ੍ਹਾ ਤੋਂ ਹਿਲ ਜਾਂਦਾ। ਚਲੋ ਬਸ ਠੀਕ ਹੈ, ਬਸ ਮੈਂ ਕਿਹਾ ਤੁਹਾਡਾ ਪੂਰਾ ਸਿਰਫ ਫੇਸ ਹੀ ਨਜ਼ਰ ਆ ਜਾਏ। ਸੋ ਸਵੀਟ ਆਫ ਯੂ। ਇੱਕ ਵਾਰੀ ਫੇਰ ਥੈਂਕ ਯੂ, ਤੁਸੀਂ ਇਸ ਹਾਲਤ 'ਚ ਪਲਸਤਰ ਦੇ ਨਾਲ ਵੀ ਪੰਜਾਬੀ ਬੈਠਕ 'ਚ ਆਏ।
ਨਹੀਂ ਨਹੀਂ ਨਹੀਂ, ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ। ਤੇ ਤੁਸੀਂ ਇਹ ਦੇਖੋ ਕਿ ਤੁਸੀਂ ਤੇ ਚੰਗੇ ਭਲੇ ਨਿਊਯਾਰਕ ਚ ਸੀ, ਤੁਹਾਨੂੰ ਕੀ ਐਡੀ ਮੁਸੀਬਤ ਪੈ ਗਈ ਕਿ ਤੁਸੀਂ ਵਤਨ ਦੀ ਮੁਹੱਬਤ ਤੁਹਾਨੂੰ ਪਿੱਛੇ ਵਾਪਸ ਲੈ ਆਈ, ਫਿਰ ਤੁਸੀਂ ਇੱਥੇ ਹੁਣ ਜਿਹੜਾ ਕੰਮ ਬੇੜਾ ਚੁੱਕਿਆ। ਤੁਹਾਨੂੰ ਪਤਾ ਤੁਹਾਨੂੰ ਦੁਨੀਆ ਕੀ ਕਹਿੰਦੀ ਏ, ਇਹ ਮਰਦਨੁਮਾ ਔਰਤ ਹੈ, ਮਰਦਾਂ ਨੂੰ ਵੀ ਝਾੜ ਕੇ ਰੱਖ ਦਿੰਦੀ ਹੈ ਗਲਤ ਗੱਲ ਤੇ। ਮਾਸ਼ਾਅੱਲਾ, ਮੈਨੂੰ ਇੰਨਾ ਵੱਡਾ ਕੰਪਲੀਮੈਂਟ ਤੁਹਾਡੇ ਵਾਸਤੇ ਲੱਗਿਆ। ਕਿਸੇ 2-3 ਦੋਸਤਾਂ ਨੇ ਕਿਹਾ ਕਿ ਅੱਛਾ, ਮੈਂ ਕਿਹਾ ਨਾ ਕਿ ਮੈਂ ਆਪਣੀ ਦੀਪ ਸਈਦਾ ਹੋਰਾਂ ਨੇ ਔਰ 2-4 ਦੋਸਤਾਂ ਨੇ ਤੁਹਾਨੂੰ ਰਿਕਮੈਂਡ ਵੀ ਕੀਤਾ, ਜਿਹਦੇ ਵਿੱਚ ਇੱਕ ਬਹੁਤ ਪਿਆਰਾ ਮਿੱਤਰ ਤੁਹਾਡਾ ਹੈਗਾ, ਸਾਡਾ ਵੀ ਉਹਨੇ ਕਿਹਾ ਕਿ ਉਹ ਇੱਕ ਜੀਦਾਰ ਔਰਤ ਹੈ, ਔਰ ਜਿਸ ਤਰ੍ਹਾਂ ਕਿ ਉਹਨੂੰ ਜੋ ਮਰਜ਼ੀ ਕਹਿ ਲਓ। ਔਰ ਉਹਦੀ ਮਜ਼ੇ ਦੀ ਇਹ ਗੱਲ ਹੈ ਕਿ ਜਿਹੜਾ ਬੰਦਾ ਵੀ ਪਾਕਿਸਤਾਨ 'ਚ ਗਲਤ ਗੱਲ ਕਰੇ ਉਹਨੂੰ ਵਿਚਾਰ ਦਿੰਦੀ ਹੈ। ਅੱਛਾ, ਮੈਨੂੰ ਬਹੁਤੀ ਖੁਸ਼ੀ ਹੈ ਇਸ ਗੱਲ ਦੀ। ਉਹ ਤੁਹਾਨੂੰ ਪਤਾ ਹੈ ਕਿ ਅਸੀਂ ਜਿਹੜੀ ਦੁਨੀਆ 'ਚ ਰਹਿੰਦੇ ਹਾਂ, ਚਾਹੇ ਪਾਕਿਸਤਾਨ ਹੈ ਚਾਹੇ ਤੁਸੀਂ ਇੰਗਲੈਂਡ ਵਿੱਚ ਰਹਿੰਦੇ ਹੋ, ਇੱਕ ਪੈਟਰੀਆਰਕਲ ਸੁਸਾਇਟੀ ਹੈ ਜਿੱਥੇ ਬੰਦਾ ਜਿਹੜਾ ਕੰਮ ਕਰ ਸਕਦਾ ਹੈ, ਔਰਤ ਨੇ ਉਹੀ ਕੰਮ ਕਰਨਾ ਹੈ ਤੇ ਉਸ ਤੋਂ 4 ਗੁਣਾ ਮਿਹਨਤ ਉਹਨੂੰ ਕਰਨੀ ਪੈਂਦੀ। ਸਭ ਤੋਂ ਪਹਿਲੇ ਤੇ ਆਪਣਾ ਆਪ ਮਨਵਾਉਣਾ ਹੈ ਕਿ ਮੈਂ ਬਰਾਬਰ ਦੀ ਇਨਸਾਨ ਹਾਂ, ਫਿਰ ਉਹਨਾਂ ਨੂੰ ਦੱਸਣਾ ਹੈ ਕਿ ਜਿੰਨੇ ਤੁਸੀਂ ਪੜ੍ਹੇ ਲਿਖੇ ਹੋ ਉਸ ਤੋਂ ਜ਼ਿਆਦਾ ਹੀ ਮੈਂ ਸ਼ਾਇਦ ਹੋਵਾਂਗੀ, ਤੇ ਮੇਰੇ ਸੋਚ ਬੁੱਝ ਵੀ ਹੈ ਤੇ ਮੈਂ ਮਲਟੀਟਾਸਕਿੰਗ ਕਰ ਸਕਦੀ ਹਾਂ। ਖਾਲੀ ਇੱਕ ਪ੍ਰੈਸ਼ਰ ਨਹੀਂ ਪਾਉਂਦੀ ਕਿ ਸਵੇਰੇ ਦਫ਼ਤਰ ਗਈ ਸ਼ਾਮ ਨੂੰ ਆ ਕੇ ਕਿ ਬੜਾ ਭਾਰ ਢਾ ਲਿਆ, ਬਾਲਾਂ ਨੂੰ ਵੀ ਸਾਂਭਣਾ, ਨੌਕਰੀਆਂ ਵੀ ਕਰਨੀਆਂ, ਐਕਟਿਵਿਜ਼ਮ ਵੀ ਕਰਨਾ, 4 ਕੰਮ। ਕੋਈ ਮੈਂ ਬਹੁਤ ਫਖਰ ਨਾਲ ਕਹਿ ਸਕਦੀ ਹਾਂ ਕਿ ਕੋਈ ਬੰਦਾ ਇੱਥੇ ਮੇਰੇ ਆਲੇ ਦੁਆਲੇ ਆਪਣੇ ਜਿਹੜੇ ਨੇ, ਕੋਈ ਇਹ ਨਹੀਂ ਕਹਿ ਸਕਦਾ ਜਿੰਨਾ ਕੰਮ ਮੈਂ ਕਰਨੀ ਆ। ਕੋਈ ਆਪਣੇ ਮੇਲ ਜਿਹੜੇ ਫਰੈਂਡਸ ਨੇ, ਭੈਣ ਭਰਾ ਜਾਂ ਜੋ ਵੀ ਭਰਾ ਨੇ, ਰਿਸ਼ਤੇਦਾਰ, ਕਿਸੇ 'ਚ ਇੰਨੀ ਕੈਪੈਸਿਟੀ ਹੋਏ ਇੱਕ ਵਕਤ 'ਚ ਇੰਨਾ ਕੁਝ ਕਰਨ ਦੀ, ਤੇ ਇੰਨੀ ਦਲੇਰੀ ਵੀ ਹੋਏ ਕਿ ਆਪਣੀ ਪੈਰ ਜ਼ਮੀਨ ਤੇ ਪੱਕੇ ਰੱਖਣੇ ਨੇ। ਜੋ ਮਰਜ਼ੀ ਹੋ ਜਾਏ, ਆਪਣੀ ਗੱਲ ਤੋਂ ਪਿੱਛੇ ਨਹੀਂ ਹਟਣਾ, ਕਿਉਂਕਿ ਤੁਸੀਂ ਸਮਝਦੇ ਹੋ ਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਸਹੀ ਕਰ ਰਹੇ ਹੋ। ਕਿਆ ਬਾਤ ਹੈ, ਕਿਆ ਬਾਤ ਹੈ। ਗੱਲ ਹੋਈ ਨਾ, ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਇੰਪਾਵਰਡ ਵੂਮਨ, ਕਿ ਉਹ ਪੈਰ ਵੀ ਜ਼ਮੀਨ 'ਚ ਪੱਕੇ ਰੱਖਣ, ਉਹ ਗੱਲ ਵੀ ਕਰਨ, ਉਹ ਵਤਨ ਨਾਲ ਬੇਤਹਾਸ਼ਾ ਮੁਹੱਬਤ ਵੀ ਕਰਨ, ਔਰ ਉਹ ਅਮਨ ਤੇ ਪਿਆਰ ਦੀ ਵੀ ਗੱਲ ਕਰਨ। ਰਿਗਾਰਡਲੈਸ, ਬੜੀ ਅੱਛੀ ਗੱਲ ਕੀਤੀ ਉਹ ਤੱਦੇ ਦੇ ਵਾਸਤੇ। ਉਹ ਤੇ ਮੈਨੂੰ ਤੇ ਮਤਲਬ ਇਹ ਬੜੀ ਵਧੀਆ ਗੱਲ ਆ ਗਈ। ਦੇਖੋ, ਅਮਨ ਦੀ ਕਿੰਨੀ ਸਖਤ ਜ਼ਰੂਰਤ ਹੈ, ਅਸੀਂ ਸਭ ਇਨਸਾਨ ਹੈ ਨਾ। ਤੇ ਤੁਸੀਂ ਜਿਸ ਤਰ੍ਹਾਂ ਜੁੜੇ ਦਿਓ, ਮੇਰਾ ਖਿਆਲ ਹੈ ਤੁਸੀਂ ਤੇ ਇਹਦਾ ਅਮਨ ਦਾ ਝੰਡਾ ਚੁੱਕਿਆ ਦਾ, ਔਰ ਤੁਹਾਨੂੰ ਤੁਸੀਂ ਆਥੈਂਟਿਸਿਟੀ ਇਹਦੇ ਵਿੱਚ। ਔਰ ਜਿਹੜਾ ਕਿ ਜੋ ਮਰਜ਼ੀ ਕਰਦੀਆਂ ਰਹਿਣ ਸਰਕਾਰਾਂ, ਕਰਨ ਨਾ ਕਰਨ, ਜੋ ਪੋਲੀਟੀਕਲ ਇਸ਼ੂ ਹੈ, ਅਸੀਂ ਇਨਸਾਨਾਂ ਦੇ ਤੌਰ ਤੇ ਇਨਸਾਨ ਨੂੰ ਇਨਸਾਨ ਨੇ ਇੱਕ ਪਿਆਰ ਤੇ ਅਮਨ ਤੇ ਮੁਹੱਬਤ ਦੇ ਨਾਲ ਜਿਹੜਾ ਜੋੜਨਾ ਹੈ, ਔਰ ਮਾੜੇ ਬੰਦੇ ਦਾ ਸਾਥ ਦੇਣਾ। ਬਿਲਕੁਲ ਦੀਪ ਜੀ, ਮਾੜੇ ਬੰਦੇ ਦਾ ਤੇ ਸਾਥ ਵੀ ਕੋਈ ਅਜ਼ੀਮ ਲੋਕ ਹੀ ਦਿੰਦੇ ਨੇ। ਲੋਕੀ ਤੇ ਚੜ੍ਹਦੀ ਗੰਗਾ ਵੱਲ ਚੜ੍ਹਦੇ ਨੇ। ਉਹ ਵੀ ਤੁਸੀਂ ਅਨੋਖਾ ਕੰਮ ਕੀਤਾ। ਅਸਲ ਵਿੱਚ ਇਹਦੇ ਅਜ਼ੀਮ ਦੀ ਗੱਲ ਨਹੀਂ ਹੁੰਦੀ। ਜਿਹੜਾ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਕਿ ਦਿਲ ਨੂੰ, ਜਿਵੇਂ ਹਰ ਇਨਸਾਨ ਦੇ ਕੋਈ ਨਾ ਕੋਈ ਪੈਸ਼ਨ ਹੁੰਦੇ ਨੇ। ਕਿਸੇ ਦਾ ਪੈਸ਼ਨ ਹੈ ਉਹਨੇ ਪੈਸਾ ਬਣਾਉਣਾ ਹੈ, ਕਿਸੇ ਦਾ ਪੈਸ਼ਨ ਹੈ ਉਹਦੇ ਕੋਲ ਵੱਡਾ ਘਰ ਹੋਏ, ਸ਼ੋਹਰਤ ਹੋਏ। ਮੈਨੂੰ ਇਹ ਲੱਗਦਾ ਹੈ ਕਿ ਮੇਰਾ ਪੈਸ਼ਨ ਨਹੀਂ ਸੀ, ਮੈਨੂੰ ਲੱਗਦਾ ਸੀ ਕਿ ਮੈਂ ਦੁਨੀਆ ਤੇ ਇਸੇ ਕੰਮ ਲਈ ਆਈ ਹਾਂ, ਹਾਲੇ ਵੀ ਲੱਗਦਾ ਹੈ। ਇਹ ਬਹੁਤ ਜ਼ਿਆਦਾ ਤੁਸੀਂ ਦੇਖੋ ਨਾ, ਬਹੁਤ ਮੁਸ਼ਕਿਲਾਂ ਤਕਲੀਫ ਹੈ। ਕਦੀ ਤੁਸੀਂ ਜੇਲ੍ਹ ਜਾ ਰਹੇ ਹੋ, ਕਦੀ ਸੜਕਾਂ ਦੇ ਤੁਹਾਨੂੰ ਮੌਲਵੀ ਕੁੱਟ ਰਹੇ ਹਨ, ਕਦੀ ਤੁਸੀਂ ਪੁਲਿਸ ਕੋਲ ਕੁੱਟ ਖਾ ਰਹੇ ਹੋ, ਆਏ ਦਿਨ ਤੁਹਾਡੇ ਤੇ ਪਰਚੇ ਹੋ ਰਹੇ ਹਨ। ਤੇ ਤੁਹਾਡੀ ਇੱਕ ਕੰਜ਼ਰਵੇਟਿਵ ਬੈਕਗਰਾਊਂਡ ਨਾਲ ਤੁਹਾਡਾ ਜਿਹੜਾ ਘਰ ਦੇ ਹਾਲਾਤ ਨੇ, ਜਿੱਥੋਂ ਤੁਸੀਂ ਜਿਹੜੇ ਪਿੰਡ ਤੋਂ, ਇਲਾਕੇ ਤੋਂ ਆਏ ਹੋ, ਪਾਕਪਤਨ ਵਿੱਚ ਮੇਰੀ ਪੈਦਾਇਸ਼ ਹੋਈ, ਜਿੱਥੇ ਉਹ ਲੋਕ ਕਹਿੰਦੇ ਨੇ ਸਾਡੇ ਬੰਦੇ ਨਹੀਂ ਕਦੀ ਥਾਣਿਆਂ 'ਚ ਗਏ ਤੇ ਹੈ। ਤੇ ਉਹ ਸਾਰੇ ਦੇ ਵਿੱਚ ਜਿਹੜਾ ਹੈ, ਤੇ ਉਹ ਮੈਨੂੰ ਇਹ ਲੱਗਦਾ ਹੈ ਕਿ ਜ਼ਾਹਿਰ ਤੁਹਾਡੇ ਤੇ ਪ੍ਰੈਸ਼ਰ ਤੁਹਾਡੇ ਘਰ ਵਾਲੇ ਤੋਂ ਸਾਰੇ ਪਾਉਂਦੇ ਸਨ, ਲੇਕਿਨ ਮੈਨੂੰ ਲੱਗਦਾ ਹੈ ਕਿ ਮੇਰਾ ਕੋਈ ਮਕੈਨੀਕਲ ਫਾਲਟ ਹੈ ਜਾਂ ਜੋ ਵੀ ਇਹਨੂੰ ਸਮਝ ਲਓ ਕਿ ਆਈ ਕਾਂਟ ਹੈਲਪ ਇਟ। ਇਹ ਜਿਹੜੀ ਚੀਜ਼ ਹੈ ਮੈਨੂੰ ਲੱਗਦਾ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੇਰੀ ਜ਼ਿੰਦਗੀ ਦਾ ਮਕਸਦ ਹੈ। ਜਿਵੇਂ ਮੈਨੂੰ ਜ਼ਿੰਦਾ ਰਹਿਣ ਲਈ ਖਾਣਾ ਪੀਣਾ ਤੇ ਸੌਣਾ ਜ਼ਰੂਰੀ ਹੈ, ਇਸੇ ਤਰ੍ਹਾਂ ਮੇਰੀ ਜ਼ਿੰਦਗੀ ਦਾ ਹਿੱਸਾ ਹੈ ਕਿ ਜਿਹੜੇ ਨਾਲ ਜ਼ਿਆਦਤੀ ਹੈ ਉਹਦੇ ਵਾਸਤੇ ਆਵਾਜ਼ ਚੁੱਕਣੀ। ਜਿੰਨੀ ਆਪਣੀ ਕੈਪੈਸਿਟੀ ਹੈ ਉਸ ਹਿਸਾਬ ਨਾਲ ਖਾਲੀ ਸੜਕ ਤੇ ਆ ਕੇ ਪ੍ਰੋਟੈਸਟ ਕਰਨ ਤੋਂ ਇਲਾਵਾ ਬਾਕੀ ਜਿਹੜੇ ਇਲਾਕੇ ਜਿੱਥੇ ਜਿਹੜੇ ਨੇ ਨਾਨ ਮੁਸਲਿਮ ਆਬਾਦੀਆਂ ਨੇ, ਜਿੱਥੇ ਹੁੰਦਾ ਹੈ ਕਿ ਕੋਈ ਝਗੜਾ ਟੈਨਸ਼ਨ ਹੋ ਜਾਏ ਤੇ ਆਪਣੇ ਕੋਲ ਇੱਕ ਬੜਾ ਵੱਡਾ ਟੂਲ ਹੈ, ਅਸੀਂ ਨਾਨ ਮੁਸਲਿਮ ਤੇ ਬਲਾਸਮੀ ਦਾ ਪਰਚਾ ਕਰਾ ਦਿੰਦੇ ਹਾਂ ਕਿ ਹੁਣ ਇਹ ਜਾਣੇ ਤੇ ਗਵਾਂਢੀ ਜਾਣਨ, ਕੁਝ ਕਰਨ ਦੀ ਲੋੜ ਹੀ ਨਹੀਂ। ਸੜਕਾਂ ਤੇ ਲੋਕ ਮਾਰ ਦਿੰਦੇ ਨੇ ਤੇ ਉੱਥੇ ਫੌਰਨ ਮੀਡੀਏਟ ਕਰਨਾ, ਉੱਥੇ ਪਹੁੰਚਣਾ, ਥਾਣੇ ਜਾਣਾ। ਲਾਹੌਰ ਦਾ ਮਸਲਨ ਕੋਈ ਐਸਾ ਥਾਣਾ ਨਹੀਂ ਜਿਹਦਾ ਮੈਨੂੰ ਪਤਾ ਨਾ ਹੋਏ ਕਿ ਉੱਥੇ
ਥੋੜੇ ਟਾਈਮ ਦੇ ਵਿੱਚ ਸ਼ਾਰਟਕਟ ਕਿਵੇਂ ਯੂਜ਼ ਕਰਨੇ ਨੇ, ਤੋਂ ਡਰਾਈਵ ਕਰਕੇ ਫਲਾਣੇ ਥਾਣੇ ਤੇ ਕਿਵੇਂ ਪਹੁੰਚਣਾ, ਕਿਉਂਕਿ ਟੈਨਸ਼ਨਸ ਨੇ। ਤੇ ਉਹਨਾਂ ਲੋਕਾਂ ਦੀ ਜਿਹੜੇ ਓਪਰੈਸਡ ਨੇ ਉਹਨਾਂ ਦੇ ਨਾਲ ਖਲੋਣਾ। ਮੈਂ ਕਿਉਂਕਿ ਇੱਕ ਮੁਸਲਮਾਨ ਘਰਾਣੇ 'ਚ ਪੈਦਾ ਹੋਈ ਹਾਂ, ਇੱਕ ਪਾਕਿਸਤਾਨ ਵਿੱਚ 94% ਮੁਸਲਮਾਨ ਨੇ, 96% ਤੇ 4% ਸਿਰਫ ਨॉन ਮੁਸਲਿਮ ਨੇ। ਤੇ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਜਿਹੜੇ ਲੋਕ ਜਿਨ੍ਹਾਂ ਨਾਲ ਕਾਫੀ ਜ਼ਿਆਦਤੀਆਂ ਨੇ, ਜਿਨ੍ਹਾਂ ਤੇ ਅਸੀਂ ਆਵਾਜ਼ ਨਹੀਂ ਚੁੱਕ ਸਕਦੇ, ਜਿਹਦੇ ਤੇ ਮਸਲਾ ਹੈ, ਤਾਂ ਅਸੀਂ ਸਾਰਾ ਵਕਤ ਕਸ਼ਮੀਰ ਦੇ ਮੁਸਲਮਾਨਾਂ ਨੂੰ ਰੋਂਦੇ ਹਾਂ। ਸਾਡੇ ਅੰਦਰ ਜਿਹੜੇ ਆਪਣੇ ਮਸਲੇ ਨੇ ਤੇ ਉਹਦਾ ਦੀ ਫਿਰ ਆਵਾਜ਼ ਚੁੱਕੀਏ, ਸਾਡੀ ਸਟੇਟ ਵੀ ਇਨਸਿਕਿਉਰ ਹੋ ਜਾਂਦੀ, ਤੇ ਉਹ ਸਾਨੂੰ ਫਿਰ ਗਦਾਰ ਹੀ ਸਮਝਦੇ ਨੇ ਕਿ ਗਦਾਰਾਂ ਦਾ ਕੰਮ ਹੈ। ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਅਸੀਂ ਬਿਹਤਰ ਕਰਨ ਵਾਸਤੇ ਚੀਜ਼ਾਂ ਕਰ ਰਹੇ ਹਾਂ। ਤੇ ਇਹ ਜਿਹੜੀ ਸੋਚ ਹੈ ਕਿ ਕੋਈ ਬੰਦਾ ਅਗਰ ਕਿਸੇ ਮਾੜੇ ਬੰਦੇ ਨਾਲ ਖੜਾ ਹੁੰਦਾ ਹੈ ਜਾਂ ਮਾਈਨੋਰਿਟੀਜ਼ ਨਾਲ ਖੜਾ ਹੁੰਦਾ ਹੈ, ਉਹ ਗਦਾਰ ਨਹੀਂ, ਬਲਕਿ ਉਹ ਇੱਕ ਸੇਵਕ ਹੈ। ਉਹ ਇੱਕ, ਜਿਸ ਤਰ੍ਹਾਂ ਤੁਹਾਨੂੰ ਤੇ ਲੋਕ ਸੇਵਕ ਦਾ ਅਵਾਰਡ ਵੀ ਮਿਲਿਆ, ਤੇ ਉਹ ਇੱਕ ਸੇਵਕ ਹੈ। ਇਹ ਸੋਚ ਦੀ ਕਿਉਂ ਨਹੀਂ ਬਦਲ ਪਾਈ ਸਾਡੀ ਪਾਕਿਸਤਾਨੀ ਸੋਸਾਇਟੀ 'ਚ ਹੁਣ ਤੱਕ? ਕੀ ਵਜ੍ਹਾ ਹੈ? ਉਹ ਦੁਨੀਆ ਦੇ ਜਿਹੜੇ ਮੁਖਤਲਿਫ ਮੁਲਕ ਨੇ ਨਾ, ਉਹ ਮੁਲਕ ਆਪਣਾ ਇੱਕ ਕੋਈ ਗੱਲ ਨਹੀਂ, ਤੁਸੀਂ ਦੁਬਾਰਾ ਆ ਜਾਓ। ਜੀ ਜੀ, ਖੈਰ ਹੈ, ਕੋਈ ਨਹੀਂ। ਸੌਰੀ, ਉਹ ਜਿਹੜੇ ਦੁਨੀਆ ਤੇ ਮੁਖਤਲਿਫ ਮੁਲਕ ਨੇ, ਉਹ ਆਪਣੀ ਜਿਹੜੀ ਹੈ ਪਾਲਿਸੀ ਬਣਾਉਂਦੇ ਨੇ, ਆਪਣੀ ਪ੍ਰਾਇੋਰਟੀ ਸੈੱਟ ਕਰਦੇ ਨੇ ਕਿ ਅਸੀਂ ਆਪਣੀ ਮਿਡਲ ਕਲਾਸ ਨੂੰ ਅਗਲੇ 50 ਸਾਲਾਂ 'ਚ ਕਿੱਥੇ ਲਿਜਾਣਾ ਹੈ, ਦੇ ਲੋਅਰ ਮਿਡਲ ਕਲਾਸ ਲਈ ਕੀ ਕਰਨਾ ਹੈ, ਐਲੀਟ ਕਲਾਸ ਨੂੰ ਕਿਵੇਂ ਫੈਸਿਲਿਟੇਟ ਕਰਨਾ ਹੈ। ਸਾਡੇ ਮੁਲਕ ਵਿੱਚ ਕਿਉਂਕਿ ਜਮਹੂਰੀਅਤ ਜਿਹੜੀ ਹੈ, ਜਿਹੜੀ ਕਿ ਬੇਸਿਕ ਜਿੰਦੀ ਵਜ੍ਹਾ ਤੋਂ ਮੁਲਕ ਚੱਲਦੇ ਨੇ, ਉਹ ਜਦੋਂ ਦਾ ਸਾਡਾ ਮੁਲਕ ਬਣਿਆ, ਜਮਹੂਰੀਅਤ ਜਿਹੜੀ ਹੈ ਉਹ ਬੜੀ ਕਮਜ਼ੋਰ ਰਹੀ। ਉਸ ਤਰ੍ਹਾਂ ਉਹਨੇ ਤਾਕਤ ਨਹੀਂ ਪੜੀ। ਜਿਹੜੇ ਵੀ ਸਿਆਸੀ ਰਹਿਨੁਮਾ ਆਏ, ਜਿਨ੍ਹਾਂ ਨੂੰ ਕਰੋੜਾਂ ਲੋਕਾਂ ਨੇ ਵੋਟ ਦੇ ਕੇ ਲਿਆਂਦਾ, ਉਹ ਆਂਦੇ ਹੀ ਇਨਸਿਕਿਉਰ ਹੋ ਗਏ। ਉਹਨਾਂ ਨੂੰ ਜਿੰਨੀ ਉਹ ਸਪੇਸ ਚਾਹੁੰਦੇ ਸਨ, ਉਹਨਾਂ ਨੂੰ ਮਿਲੀ ਨਹੀਂ। ਤੇ ਉਹ ਜਿਹੜੀਆਂ ਪ੍ਰਾਇੋਰਟੀ, ਜਿਹੜਾ ਤੁਸੀਂ 50 ਸਾਲਾ ਪ੍ਰੋਗਰਾਮ ਜਾਂ 10 ਸਾਲਾ ਪ੍ਰੋਗਰਾਮ ਬਣਾਉਂਦੇ ਹੋ, ਕੰਸਲਟੇਸ਼ਨ ਨਾਲ ਹੁੰਦਾ ਹੈ। ਅਪੋਜੀਸ਼ਨ ਬਣਦੀ ਹੈ, ਹਕੂਮਤ ਦੇ ਲੋਕ ਬਹਿੰਦੇ ਨੇ, ਵਿੱਚ ਬਾਕੀ ਸਾਰੇ ਅਦਾਰੇ ਸ਼ਾਮਲ ਹੁੰਦੇ ਨੇ। ਤੇ ਸਾਡੇ ਜਿਹੜੇ ਲੋਕ ਸਨ, ਉਹਨਾਂ ਨੂੰ ਇਸ ਤਰ੍ਹਾਂ ਦਾ ਮੌਕਾ ਹੀ ਨਹੀਂ ਮਿਲਿਆ ਕਿ ਉਹ ਮੁਲਕ ਦੇ ਬਾਰੇ 'ਚ ਤੇ ਕੋਈ ਪਾਲਿਸੀ ਬਣਾਉਂਦੇ ਕਿ ਸਾਡੇ ਜਿਹੜੇ ਇੱਥੇ ਮਾੜੇ ਲੋਕ ਨੇ, ਉਹਨਾਂ ਦਾ ਸਾਥ ਕਿਵੇਂ ਦੇਈਏ ਜਾਂ ਕੀ ਕਰੀਏ। ਉਹ ਵਿਚਾਰੇ ਆਪਣੀ ਸਰਵਾਈਵਲ ਦੀ ਜੰਗ ਲੜਦੇ ਲੜਦੇ ਕੋਈ ਸਾਲ ਵਿੱਚ ਫਾਰਗ ਹੋ ਜਾਂਦਾ, ਕੋਈ 2 ਸਾਲ ਵਿੱਚ, ਫਿਰ ਉੱਤੋਂ ਇੱਕ ਹੋਰ ਗੈਪ ਆ ਜਾਂਦਾ। ਤੇ ਇਸ ਲਈ ਉਹ ਸਾਡੀ ਜਿਹੜੀ ਸਟੇਟ ਹੈ, ਉਹਦੀਆਂ ਪ੍ਰਾਇੋਰਟੀਜ਼ ਵੀ ਹੋਰ ਸਨ। ਫਿਰ ਅਸੀਂ ਜੁਗਰਾਫੀਆਈ ਤੌਰ ਤੇ ਇੱਕ ਐਸੀ ਜਗ੍ਹਾ ਤੇ ਆਬਾਦ ਹੈ, ਸਾਡੇ ਆਲੇ ਦੁਆਲੇ ਜਿਹੜੀ ਫਿਜ਼ਾ ਹੈ, ਸਾਨੂੰ ਸਾਰਾ ਵਕਤ ਇਹਨਾਂ ਲੋਕਾਂ ਨੂੰ, ਜਿਹੜੇ ਇੰਨੇ ਜ਼ਿਆਦਾ ਅਫਗਾਨ 90 ਲੱਖ ਜਿਹੜੇ ਨੇ ਅਫਗਾਨ ਪਨਾਹ ਗਜ਼ੀਨਾਂ ਨੇ ਸਾਡੇ ਮੁਲਕ ਵਿੱਚ ਪਨਾਹ ਲਈ, ਜਿਨ੍ਹਾਂ ਨੂੰ ਲੇਕਿਨ ਅਸੀਂ ਬਦਕਿਸਮਤੀ ਨਾਲ ਉਸ ਮੁਲਕ ਨਾਲ ਵੀ ਆਪਣੇ ਦੋਸਤਾਨਾ ਤਾਲੁਕਾਤ ਨਹੀਂ ਬਣਾ ਸਕੇ ਕਿ ਉਹਨਾਂ ਨੂੰ ਦਸੀਏ ਕਿ ਜੀ ਅਸੀਂ ਇੰਨਾ ਕੁਝ ਕੀਤਾ ਹੈ। ਤੇ ਉਹ ਸਾਡੀ ਜੁਗਰਾਫੀਆਈ ਸੂਰਤ ਹਾਲ ਤੇ ਉਹ ਇਸ ਤਰ੍ਹਾਂ ਦੀ ਕੰਪਲਿਕੇਟਡ ਹੈ, ਤੇ ਅਸੀਂ ਉਹ ਕੋਈ ਬਣਾ ਨਹੀਂ ਸਕੇ। ਆਪਣੇ ਨੌਜਵਾਨਾਂ ਨੂੰ ਕੋਈ ਐਂਟਰਟੇਨਮੈਂਟ ਨਹੀਂ ਦੇ ਸਕੇ, ਉਹਨਾਂ ਨੂੰ ਕੋਈ ਬ੍ਰਾਈਟ ਫਿਊਚਰ ਨਹੀਂ ਵਿਖਾ ਸਕਦੇ। ਮੇਰਾ ਕੰਮ ਕਿਉਂਕਿ ਨੌਜਵਾਨ ਬੱਚਿਆਂ ਨਾਲ ਹੈ, ਤੇ ਜਿਸ ਮੁਲਕ ਦੇ ਜਿਹੜੇ ਬ੍ਰੇਨ ਨੇ, ਜਿਹੜੇ ਡਿਫਰੈਂਟ ਤਾਲੀਮੀ ਅਦਾਰਿਆਂ ਤੋਂ ਜਿਹੜੇ ਗੋਲਡ ਮੈਡਲਿਸਟ ਤੇ ਜਿਹੜੇ ਬ੍ਰੇਨ ਨੇ, ਉਹਨਾਂ ਨੂੰ ਆਪਣਾ ਇੱਥੇ ਕੋਈ ਮੁਸਤਕਬਲ ਨਜ਼ਰ ਨਹੀਂ ਆਉਂਦਾ। ਉਹ ਇੱਥੇ ਕੋਈ ਵੀ ਇੱਥੇ ਰਹਿਣ ਵਿੱਚ ਇੰਟਰਸਟਿਡ ਨਹੀਂ, ਕਿਉਂਕਿ ਜਿਹੜੀ ਜਿੰਨੀ ਆਜ਼ਾਦੀ ਹੋਣੀ ਚਾਹੀਦੀ ਨੌਜਵਾਨਾਂ ਦੇ ਕੋਲ, ਕੋਈ ਉਹਨਾਂ ਦਾ ਸੋਰਸ ਆਫ ਐਂਟਰਟੇਨਮੈਂਟ ਨਹੀਂ, ਕੋਈ ਐਸੀ ਸਟੇਟ ਨੇ, ਐਸੀ ਜਗ੍ਹਾ ਨਹੀਂ ਬਣਾਈਆਂ ਕਿ ਬੱਚਿਆਂ ਦੇ ਕੋਈ ਕਲੱਬਸ ਹੋਣ, ਉੱਥੇ ਬਹਿ ਕੇ ਤੇ ਉਹ ਗੱਲਬਾਤ ਕਰ ਰਹੇ ਹੋਣ। ਟੀਵੀ ਤੇ ਸਾਡੇ ਕੋਈ ਪਤਾ ਨਹੀਂ 30-40 ਸੁਣਿਆ ਪਾਕਿਸਤਾਨ ਦੇ ਟੀਵੀ ਚੈਨਲ ਨੇ, ਕੋਈ ਇੱਕ ਐਸਾ ਚੈਨਲ ਨਹੀਂ ਜਿੱਥੇ ਨੌਜਵਾਨਾਂ ਦੇ ਇਸ਼ੂਜ਼, ਜਿਹੜੀ ਸਾਡੀ ਆਬਾਦੀ ਦਾ 65% ਨੇ, ਉਹਨਾਂ ਦੇ ਇਸ਼ੂਜ਼ ਤੇ ਕੋਈ ਪ੍ਰੋਗਰਾਮ ਹੋਣ, ਪੂਰਾ ਇੱਕ ਚੈਨਲ ਉਹਨਾਂ ਲਈ ਹੋਏ ਕਿ ਜਿੱਥੇ ਉਹ ਆਪਣੇ ਇਸ਼ੂ ਡਿਸਕਸ ਕਰਨ। ਉਹਨਾਂ ਦੇ ਮਾਂ-ਪਿਓ ਦੇ ਦਰਮਿਆਨ ਕੀ ਮਸਲਾ ਹੈ, ਸੁਸਾਇਟੀ ਤੋਂ ਉਹਨਾਂ ਨੇ ਕੀ ਮਸਲੇ ਨੇ, ਜਿਹੜੇ ਬੱਚਿਆਂ ਦਾ ਕੋਈ ਜੈਂਡਰ ਡਿਫਰੈਂਟ ਹੈ, ਉਹ ਪੈਦਾਇਸ਼ੀ ਤੌਰ ਤੇ ਇਸ ਤਰ੍ਹਾਂ ਨੇ, ਉਹਨਾਂ ਦੀ ਕਿੰਨੀ ਬੁਰੀ ਹਾਲਤ ਹੈ, ਕਿਸ ਤਰ੍ਹਾਂ ਉਹਨਾਂ ਨੂੰ ਨਿਗਲੈਕਟ ਕੀਤਾ ਜਾਂਦਾ। ਇਹ ਸਾਰੀਆਂ ਚੀਜ਼ਾਂ ਨੇ ਸਟੇਟ ਦਾ ਕੰਮ ਹੁੰਦਾ, ਕਿਉਂਕਿ ਨਾਲ ਅਸੀਂ ਕਹਿੰਦੇ ਹਾਂ ਕਿ ਸਟੇਟ ਜਿਹੜੀ ਹੈ ਉਹ ਮਾਂ ਦੀ ਤਰ੍ਹਾਂ ਹੁੰਦੀ, ਲੇਕਿਨ ਪਾਕਿਸਤਾਨੀ ਸਟੇਟ ਨੇ ਮਾਂ ਦਾ ਰੋਲ ਨਹੀਂ ਕਦੀ ਵੀ ਪਲੇ ਕੀਤਾ ਕਿਸੇ ਵੀ ਟਾਈਮ ਤੇ। ਇੱਥੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਜ਼ਰੂਰਤ ਸੀ ਕਿ ਉਹਨਾਂ ਦੇ ਨਾਲ ਉਹਨਾਂ ਦੀ ਕੰਸਰਨ ਨੂੰ ਐਡਰੈਸ ਕੀਤਾ ਜਾਂਦਾ, ਉਹਨਾਂ ਨੂੰ ਅਸੀਂ ਸ਼ੁਰੂ ਤੋਂ, ਫਾਤਿਮਾ ਜਨਾਹ ਤੋਂ ਅਸੀਂ ਸ਼ੁਰੂ ਹੋਏ ਹਾਂ, ਉਹਨੂੰ ਗਦਾਰ ਕਿਹਾ। ਤੇ ਉਹ ਗਦਾਰ ਵਾਲਾ ਇੱਕ ਚੀਜ਼ ਜਿਹੜੀ ਹੈ ਉਹ ਇੰਨੀ ਦੇਰ ਤੋਂ ਚੱਲ ਰਹੀ ਹੈ ਤੇ ਉਹ ਖਤਮ ਨਹੀਂ ਹੋਈ ਗੱਲ। ਜੇ ਫਾਤਿਮਾ ਜਨਾਹ ਨੂੰ ਨਹੀਂ ਮਾਫ ਕੀਤਾ, ਅੱਜ ਦੇ ਦੌਰ ਦੇ ਵਿੱਚ
ਉਹ ਆਪਣੀ ਦੀਪ ਸਈਦਾ ਤੇ ਫਿਰ ਤੁਸੀਂ ਸਮਝਦੇ ਹੋ ਹੈ। ਲੇਕਿਨ ਅੱਛਾ ਇਹ ਦੱਸੋ, ਇਸ ਦੇ ਬਾਵਜੂਦ ਸਲੂਟ ਹੈ ਤੁਹਾਨੂੰ, ਤੁਸੀਂ ਕੰਮ ਫਿਰ ਵੀ ਕਰ ਰਹੇ ਹੋ, ਔਰਤਾਂ ਦੇ ਵਾਸਤੇ ਵੀ ਬਹੁਤ ਕੰਮ ਕਰ ਰਹੇ ਹੋ। ਐਸੇ ਇਸ਼ੂ ਜਿਹਦੇ ਉੱਤੇ ਗੱਲ ਕਰਨੀ ਸ਼ਰਮ ਮਹਿਸੂਸ ਕੀਤੀ ਜਾਂਦੀ ਹੈ, ਉਹਨੂੰ ਇੱਜ਼ਤ ਨਾਲ ਕਰ ਲੈਂਦੀ ਹੈ, ਜਿਹੜਾ ਹੁਣ ਰੇਪ ਦੇ ਕੇਸ ਹੋ ਰਹੇ ਨੇ, ਇਹ ਜਿਹੜਾ ਮਾਈਂਡ ਸੈਟ ਹੈ ਮਰਦਾਂ ਦਾ ਮਾਈਂਡ ਸੈਟ, ਇਹ ਜਿਹੜੇ ਬਿਹੇਵੀਅਰਸ ਨੇ, ਇਹ ਜਿਹੜੇ ਨੇ, ਇਹਨੂੰ ਹੁਣ ਜਿਸਾਂ ਕਿ ਮਤਲਬ ਸਰਿਆਮ ਹੁਣ ਤੇ ਚਲੋ ਇੰਨਾ ਫਰਕ ਜ਼ਰੂਰ ਹੈ ਕਿ ਚਲੋ ਗੱਲ ਹੋ ਰਹੀ ਹੈ ਨਾ, ਤੇ ਅੱਗੇ ਤੇ ਗੱਲ ਕੀ, ਅੱਗੇ ਤੇ ਮਤਲਬ ਲਾਲਚ ਦੇ ਦਵਾ ਕੇ ਚੁੱਪ ਕਰ ਜੋ, ਜਿਸ ਔਰਤ ਨਾਲ ਬੀਤਦੀ ਹੈ ਉਹਨੂੰ ਵੀ ਚੁੱਪ ਕਾਲ ਕਰਵਾ ਦਿੰਦੇ, ਬਿਲਕੁਲ। ਤੇ ਉਹਦੇ ਬਾਅਦ ਅਗਰ ਜਿਹੜੇ ਲੋਕ ਇਨਵੋਲਵ ਹੁੰਦੇ ਨੇ, ਅਗਰ ਕੋਈ ਤਾਕਤਵਰ ਲੋਕ ਨੇ, ਉਹ ਤੇ ਬਾਕੀ ਵੀ ਸਭ ਕੁਝ ਕਰ ਦਿੰਦੇ ਆ। ਲੇਕਿਨ ਸੋਸ਼ਲ ਮੀਡੀਆ ਦਾ ਕਾਫੀ ਫਰਕ ਪਿਆ, ਉਹ ਬਹੁਤ ਫਰਕ। ਲੇਕਿਨ ਉਹਦੇ ਸਾਰੇ ਦੇ ਵਿੱਚ ਦੀਪ ਸਈਦਾ ਹਮੇਸ਼ਾ ਉਹਨਾਂ ਦੇ ਨਾਲ ਖਲੋਤੀ ਹੈ, ਤੇ ਦੀਪ ਸਈਦਾ ਦੇ ਤੇ ਤਾਲੁਕ ਪਿੱਛੋਂ ਪਾਕ ਪਤੰਜ ਹੈ, ਮਤਲਬ ਇੱਕ ਪਿੰਡ ਤੋਂ ਹੈ। ਦੇਖੋ ਪਿੰਡ ਦੇ ਵਿੱਚੋਂ ਇੱਕ ਖਾਤੂਨ ਦਾ ਆ ਕੇ ਇੰਨਾ ਹਿਸਾਬ ਕਿਤਾਬ ਕਰਨਾ, ਕੰਮ ਕਰਨਾ, ਖੁਦ ਨਾਲ ਚੱਲਣਾ, ਇੱਕ ਬੜੀ ਵੱਡੀ ਗੱਲ ਹੈ। ਤੁਸੀਂ ਕੀ ਸਮਝਦੇ ਹੋ ਕਿ ਇਹਦੇ ਵਾਸਤੇ ਕੀ ਚਾਹੀਦਾ ਹੈ? ਅੰਦਰ ਦੀ ਸਟਰੈਂਥ ਚਾਹੀਦੀ ਹੈ, ਬਾਹਰ ਦੀ? ਕਿਹੜੇ ਫੈਕਟਰਸ ਨੇ ਜਿਨ੍ਹਾਂ ਨੇ ਇਹ ਹਾਲਾਤ ਕੀਤੇ? ਔਰ ਦੂਸਰਾ ਜਿਹੜੇ ਬਿਹੇਵੀਅਰਸ ਨੇ, ਜਿਹੜੇ ਜਾਨਵਰਨੁਮਾ ਇਨਸਾਨ ਸਾਡੀ ਸੋਸਾਇਟੀ, ਇਹ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਇੱਕ ਤੇ ਮੈਂ ਆਪਣੇ ਪਿੰਡ ਦਾ ਦੱਸਾਂ ਕਿ ਮੇਰਾ ਜਿਹੜਾ ਇਲਾਕਾ ਹੈ, ਉਹ ਇਲਾਕਾ ਸੀ ਜਿੱਥੇ ਦਰਿਆ ਦੀ ਨਦੀ ਦੇ ਕਿਨਾਰੇ ਬਾਬਾ ਫਰੀਦ ਨੇ ਆ ਕੇ ਡੇਰਾ ਲਾ ਲਿਆ ਸੀ, ਤੇ ਫਿਰ ਹੌਲੀ ਹੌਲੀ ਉਹ ਬਾਬਾ ਫਰੀਦ ਦੇ ਆਲੇ ਦੁਆਲੇ ਲੋਕ ਜਮਾ ਹੁੰਦੇ ਗਏ, ਤੇ ਉਸ ਇਲਾਕੇ ਨੂੰ ਇੱਕ ਬਹੁਤ ਵੱਡੀ ਹਸਤੀ ਜਿਹੜੀ ਹੈ ਬਾਬਾ ਫਰੀਦ, ਜਿਨ੍ਹਾਂ ਦੇ ਸ਼ਲੋਕ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਜਿਨ੍ਹਾਂ ਦਾ ਗੁਰੂ ਨਾਨਕ ਜੀ ਨਾਲ ਬੜਾ ਕਰੀਬੀ ਤਾਲੁਕ ਸੀ, ਤੇ ਜਿਨ੍ਹਾਂ ਦੀ ਆਪਣੀ ਮਾਂ ਬੋਲੀ ਫਾਰਸੀ ਸੀ, ਲੇਕਿਨ ਉਸ ਇਲਾਕੇ 'ਚ ਆ ਕੇ ਉਹਨਾਂ ਨੇ ਲੋਕਾਂ ਦੀ ਬੋਲੀ ਜਿਹੜੀ ਪੰਜਾਬੀ ਸੀ ਉਹ ਬੋਲੀ, ਔਰ ਉਹਨਾਂ ਨੇ ਉਹਦੀ ਤੇ ਸ਼ਾਇਰੀ ਕੀਤੀ, ਲੋਕਾਂ ਨੂੰ ਦੇ ਜ਼ੇਨ ਬਦਲਣ ਵਾਸਤੇ ਉਹਨਾਂ ਨੂੰ ਗੱਲਾਂ ਦੱਸੀਆਂ। ਤੇ ਉਹ ਪਿੰਡ ਦਾ ਤੇ ਉਹ ਹੈ, ਤੇ ਉਹ ਕਈ ਵਾਰੀ ਹੁੰਦਾ ਹੈ ਕਿ ਜਿੱਥੇ ਇਹਦੇ ਖੁਦਾ ਦੇ ਨੇਕ ਬੰਦੇ ਹੋਣ, ਕਈ ਵਾਰੀ ਉਸ ਮਿੱਟੀ ਤੇ ਵੀ ਕੋਈ ਅਸਰ ਹੁੰਦਾ ਹੈ ਕਿ ਕੋਈ ਇੱਕ ਅੱਧਾ ਪਾਗਲ ਉਹਦੇ ਚੋਂ ਪੈਦਾ ਹੋ ਜਾਂਦਾ, ਨਿਕਲ ਆਉਂਦਾ। ਤੇ ਜਿਹੜਾ ਸਾਡਾ ਜਿਹੜਾ ਰੇਪ ਵਾਲੀ ਜਿਹੜੀ ਚੀਜ਼ ਹੈ, ਤੁਸੀਂ ਉਹ ਮੋਟਰ ਵਾਲਾ ਇੱਕ ਉਹ ਹਾਈਲਾਈਟ ਹੋ ਗਿਆ, ਲੇਕਿਨ ਉਸ ਪਾਰਟਿਕੂਲਰ ਕੇਸ ਤੋਂ ਬਾਅਦ ਜਿਹੜਾ ਡੇਲੀ ਬੇਸਿਸ ਤੇ ਤੁਸੀਂ ਦੇਖੋ ਨਾ ਕਿ ਅਸੀਂ ਸੁਸਾਇਟੀ ਇੱਕ ਐਸੀ ਕ੍ਰੀਏਟ ਕੀਤੀ ਹੈ ਜਿਹਦੇ ਵਿੱਚ ਇੱਕ ਕੁੜੀ ਜਿਹੜੀ ਹੈ ਬਾਹਰ ਜਾਂਦੀ ਹੈ, ਰੇਪ ਤੇ ਵੱਡੀ ਚੀਜ਼ ਹੈ, ਉਹ ਮਾਂ ਨੂੰ ਵਾਪਸ ਆ ਕੇ ਕਹਿੰਦੀ ਕਿ ਮੈਨੂੰ ਵੈਗਨ ਨੇ ਜਾਂ ਸੜਕ ਤੇ ਮੁੰਡੇ ਨੇ ਛੇੜਿਆ ਸੀ, ਤੇ ਮਾਂ ਨੇ ਅੱਗੋਂ ਕਹਿਣਾ ਹੈ ਕਿ ਪਿਓ ਨੇ ਚੁੱਪ ਕਰ ਜਾ, ਇਹਦਾ ਨਾਂ ਨਾ ਲਈ, ਇਹਦੇ ਚ ਬਦਨਾਮੀ ਹੈ। ਤੇ ਉਸ ਹਿਸਾਬ ਨਾਲ ਅਸੀਂ ਜਹਾਲਤ ਦੇ ਹਿਸਾਬ ਨਾਲ, ਕਿਉਂਕਿ ਸਾਨੂੰ ਹਾਲੇ ਉਹ ਤਾਲੀਮ ਨਹੀਂ ਮੁਯੱਸਰ ਆਈ ਜਿਹੜੀ ਤੁਹਾਡੇ ਦਿਮਾਗ ਕੋਲ ਦੀ ਜਿਹੜੀ ਕ੍ਰਿਟੀਕਲ ਐਜੂਕੇਸ਼ਨ ਹੈ, ਜਿਹਦੇ ਚ ਰੀਜ਼ਨਿੰਗ ਔਰ ਲੌਜਿਕ ਹੋਏ, ਸਾਨੂੰ ਉਹ ਰੱਟੇ ਲਵਾ ਕੇ ਪੜਾਇਆ ਜਾਂਦਾ ਹੈ ਜਿਹੜੀਆਂ ਚੀਜ਼ਾਂ ਨੇ। ਤੇ ਉਹ ਵੀ ਕੋਈ ਅਸੀਂ ਅਗਰ ਆਪਣੇ ਮੁਲਕ ਦੇ ਹਿਸਾਬ ਨਾਲ ਵੇਖੀਏ ਤੇ ਇੰਨੇ ਸਾਲਾਂ 'ਚ ਕੋਈ ਅਸੀਂ ਐਕਸਟਰਾਆਰਡੀਨਰੀ ਇੱਕ ਵੱਡੀ ਹਸਤੀ ਇੱਕ ਨਹੀਂ, ਇੱਕ ਹਸਤੀ ਸਾਡੇ ਇਲਾਕੇ ਸੀ ਡਾਕਟਰ ਅਬਦੁਲ ਸਲਾਮ ਸਾਹਿਬ, ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ, ਲੇਕਿਨ ਉਹਨਾਂ ਦੇ ਮਜ਼ਹਬੀ ਅਕੀਦੇ ਦੀ ਵਜ੍ਹਾ ਤੋਂ, ਕਿਉਂਕਿ ਉਹਨਾਂ ਦਾ ਜਮਾਤੇ ਅਹਿਮਦੀਆ ਨਾਲ ਤਾਲੁਕ ਸੀ, ਤੇ ਉਹਨਾਂ ਨਾਲ ਅਸੀਂ ਐਸਾ ਸਲੂਕ ਕੀਤਾ ਬਜਾਏ ਉਹਨਾਂ ਨੂੰ ਓਨ ਕਰਨ ਦੇ। ਤੇ ਸਾਡਾ ਉਹ ਮਸਲਾ ਹੈ ਕਿ ਸਾਡੇ ਕੱਲ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਨੇ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜਿੱਥੇ ਮੌਜੂਦਾ ਟਾਈਮ ਵਿੱਚ ਜਿੱਥੇ ਚੀਜ਼ਾਂ ਨੂੰ ਬਦਲਣ ਦੀ ਲੋੜ ਹੈ, ਕੱਲ ਇੱਥੇ ਤਕਰੀਰ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਸਾਡੇ ਮੁਲਕ 'ਚ ਫਾਸ਼ੀ ਇਸ ਲਈ ਹੈ ਕਿਉਂਕਿ ਅਸੀਂ ਵੈਸਟਰਨ ਫਿਲਮਾਂ ਵੇਖਦੇ ਹਾਂ। ਇਹ ਤੁਹਾਡੇ ਹੈਡ ਆਫ ਸਟੇਟ ਜਿਹੜਾ ਹੈ, ਜਿਹਨੇ ਉਮਰ ਦਾ ਅੱਧਾ ਹਿੱਸਾ ਵੈਸਟ 'ਚ ਗੁਜ਼ਾਰਿਆ, ਔਰ ਸਾਰੀ ਜਿਸ ਤਰ੍ਹਾਂ ਦੀ ਉਹਨਾਂ ਦੀ ਲਾਈਫ ਹੈ ਸਾਰਿਆਂ ਦੇ ਸਾਹਮਣੇ ਹੈ, ਤੇ ਹੁਣ ਇੱਥੇ ਰਿਆਸਤੇ ਮਦੀਨਾ ਬਣਾਉਣ ਦੇ ਚੱਕਰ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਦੇ ਹੱਥਾਂ ਤੇ ਚੜੇ ਨੇ ਜਾਂ ਜੋ ਵੀ ਹੈ। ਤੇ ਰਿਆਸਤੇ ਮਦੀਨਾ 'ਚ ਇਹ ਨਹੀਂ ਦੇਖਦੇ ਕਿ ਉਸ ਜ਼ਮਾਨੇ ਜਿਹੜਾ ਹੈ ਹਜ਼ਰਤ ਉਮਰ ਨੇ ਉੱਤੇ ਕੋਈ ਐਕਸਟਰਾ ਇੱਕ ਚਾਦਰ ਲੈ ਲਈ ਸੀ, ਤੇ ਲੋਕਾਂ ਨੇ ਸਵਾਲ ਕੀਤਾ ਕਿ ਤੇਰੇ ਕੋਲ ਚਾਦਰ ਕਿੱਥੋਂ ਆ ਗਈ। ਉਹ ਆਪਣੀ ਕੋਈ ਅਕਾਊਂਟੇਬਿਲਿਟੀ ਨਹੀਂ, ਬਸ ਲੋਕਾਂ ਦੇ ਪਿੱਛੇ ਅਸੀਂ ਪਏ ਹਾਂ ਕਿ ਫਲਾਣਾ ਵੀ ਚੋਰ, ਤੇ ਉਹਨੂੰ ਵੀ ਫੜ ਲਓ, ਤੇ ਉਹਨੂੰ ਵੀ ਫੜ ਲਓ। ਤੇ ਉਹ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ, ਸਟੇਟ ਦੀਆਂ ਪ੍ਰਾਇੋਰਟੀਜ਼ ਕਿ ਆਪਣੇ ਲੋਕਾਂ ਲਈ ਕੁਝ ਕਰਨਾ, ਉਹ ਕਦੀ ਵੀ ਨਹੀਂ ਰਹੀਆਂ ਤੇ ਨਾ ਹੁਣ ਹੈਗੀਆਂ ਨੇ। ਹਾਲਾਂਕਿ ਨਵਾਂ ਪਾਕਿਸਤਾਨ ਸੀ ਤੇ ਇੱਥੇ ਪਤਾ ਨਹੀਂ ਕੀ ਅੱਜ ਹੋ ਜਾਣਾ ਸੀ, ਤੇ ਉਹ ਨਹੀਂ ਹੈ। ਤੇ ਉਹਦੀ ਵਜ੍ਹਾ ਤੋਂ ਇਹ ਮਸਾਇਲ ਹੈਗੇ ਨੇ। ਤੇ ਜਿਹੜਾ ਔਰਤਾਂ ਦਾ ਜਿਹੜਾ ਰੇਪ ਵਾਲਾ ਹੈ, ਮੈਂ
ਆਈ ਡੋਂਟ ਨੋ ਕਿ ਮੇਰੀ ਫਿਰ ਲੋਕ ਪਿੱਛੇ ਲੱਗ ਜਾਣਗੇ ਮੇਰੀ ਇਸ ਗੱਲ ਤੋਂ ਬਾਅਦ। ਇਹ ਜਿਹੜਾ ਹੈਗਾ ਇਹ ਤੇ ਰਿਪੋਰਟਡ ਕੇਸ ਜਿਹੜੇ ਨੇ ਨਾ, ਮੇਰਾ ਖਿਆਲ ਹੈ ਕਿ ਓਰੀਜਨਲ ਜਿੰਨੇ ਰੇਪ ਇੱਥੇ ਹੋ ਰਹੇ ਨੇ ਔਰ ਜਿਸ ਤਰ੍ਹਾਂ ਇਹ ਚੀਜ਼ ਹੈ ਉਹਦੀ ਵਜ੍ਹਾ ਹੈ ਕਿ ਤੁਸੀਂ ਬੰਦਿਆਂ ਨੂੰ ਦਲੇਰ ਕੀਤਾ ਹੋਇਆ ਹੈ। ਉਹ ਜਾਨਵਰਾਂ ਦੀ ਜਾਨਵਰ ਨੇ ਇਨਸਾਨਾਂ ਦੀ ਸ਼ਕਲ ਵਿੱਚ ਫਿਰਦੇ, ਜਾਨਵਰ ਨੇ ਇਨਸਾਨਾਂ ਦੀ ਸ਼ਕਲ ਵਿੱਚ ਫਿਰਦੇ ਨੇ। ਜਿਹੜੇ ਬੰਦੇ ਦੀ ਤੁਸੀਂ ਸਬ ਕੌਨਸ਼ੀਅਸ ਵਿੱਚ ਮਾਈਂਡ ਸੈਟ ਵਿੱਚ ਪਤਾ ਨਹੀਂ ਕੀ ਚੀਜ਼ਾਂ ਮਤਲਬ ਦੇ ਜ਼ਰੀਏ ਜਾਂ ਕੀ ਚੀਜ਼ਾਂ ਪਾਈਆਂ ਨੇ ਕਿ ਘਰੋਂ ਬਾਹਰ ਨਿਕਲਣ ਵਾਲੀ ਕੋਈ ਵੀ ਔਰਤ ਹੈ ਉਹਦਾ ਕੋਈ ਕਿਰਦਾਰ ਨਹੀਂ, ਤੇ ਉਹ ਬਸ ਜਿੱਥੇ ਵੀ ਨਜ਼ਰ ਆ ਜਾਏ ਤੇ ਉਹਨੂੰ ਪੈ ਜਾਓ। ਔਰਤਾਂ ਜਿਹੜੀਆਂ ਨੇਕ ਨੇ ਉਹ ਸਿਰਫ ਘਰਾਂ ਦੇ ਅੰਦਰ ਰਹਿੰਦੀਆਂ। ਜਦੋਂ ਇਸ ਤਰ੍ਹਾਂ ਦਾ ਮਾਈਂਡ ਸੈਟ ਹੋਏਗਾ ਤੇ ਜਿਹੜੇ ਸਟੀਰੀਓਟਾਈਪਸ ਹੋਣਗੇ ਜੀ ਇਹ ਪੈਰਾਂ ਦੀ ਜੁੱਤੀ ਨੇ ਤੇ ਇਹ ਫਲਾਣਾ ਨੇ, ਤੇ ਉਹ ਜਿਹੜੀ ਹੈ ਦੁਨੀਆ 'ਚ ਅਸੀਂ ਜਿਹੜੇ ਮੁਲਕ ਨੇ ਜਿਨ੍ਹਾਂ 'ਚ ਔਰਤਾਂ ਨਾਲ ਸਭ ਤੋਂ ਬੁਰਾ ਸਲੂਕ ਹੁੰਦਾ ਹੈ, ਅਸੀਂ ਉਹਦੇ 'ਚ ਮਾਸ਼ਾਅੱਲਾ 6ਵੇਂ ਨੰਬਰ ਤੇ ਆ, ਦੁਨੀਆ ਟੌਪ ਤੇ 6ਵੇਂ ਨੰਬਰ ਤੇ। ਤੇ ਨਾਲ ਜਿਹੜੇ ਨੇ ਸਾਡੇ ਹੈਡ ਆਫ ਸਟੇਟ ਔਰ ਜਿਹੜੇ ਦੂਜੇ ਇਨਫਲੂਐਂਸ਼ੀਅਲ ਲੋਕ ਨੇ ਉਹ ਬਹਿ ਕੇ ਤੇ ਬੜੀ ਹੀ ਬੇਸ਼ਰਮੀ ਦੇ ਨਾਲ ਇਹ ਕਹਿਣਗੇ ਕਿ ਸਾਡੇ ਮੁਲਕ 'ਚ ਜਿੰਨੀਆਂ ਜਿਹੜੀ ਮਾਈਨੋਰਿਟੀਜ਼ ਨੂੰ ਜਿੰਨੀ ਆਜ਼ਾਦੀ ਹੈ, ਜਿੰਨੀ ਔਰਤ ਖੁਸ਼ ਹੈ, ਜਿੰਨੀ ਔਰਤ ਆਜ਼ਾਦ ਹੈ, ਜਿੰਨੀ ਔਰਤ ਮਹਿਫੂਜ਼ ਹੈ, ਉਹ ਗੱਲਾਂ ਬੇਸ਼ਰਮੀ ਨਾਲ ਕਹਿੰਦੇ ਨੇ ਕਿਉਂਕਿ ਜਿਹੜੀਆਂ ਜ਼ਮੀਨ ਦੀਆਂ ਹਕੀਕਤਾਂ ਨੇ ਉਹ ਫਰਕ ਨੇ। ਬਿਲਕੁਲ ਗਰਾਊਂਡ ਰਿਐਲਿਟੀਜ਼ ਤੇ ਮੈਂ ਤੁਹਾਨੂੰ ਦੱਸਾਂ ਕਿ ਇਹ ਇੱਕ ਆਮ ਔਰਤ ਦੀ ਮੈਂ ਗੱਲ ਕਰ ਰਹੀ ਹਾਂ, ਅਸੀਂ ਵੀ ਇੱਕ ਲਿਹਾਜ਼ ਨਾਲ ਆਮ ਔਰਤਾਂ ਹੀ ਹਾਂ, ਲੇਕਿਨ ਇਹ ਕਿ ਈਵਨ ਕਿ ਜਿਹੜੀ ਔਰਤ ਸਕਰੀਨ ਤੇ ਮੈਂ ਬੈਠੀ ਹਾਂ, ਤੁਸੀਂ ਬੈਠੇ ਹੋ, ਮੇਰੇ ਬਾਰੇ ਵੀ ਬਹੁਤ ਸਾਰੇ ਲੋਕ ਹੋਰ ਵੀ ਗੱਲਾਂ ਕਰਦੇ ਹੋਣਗੇ, ਕਰਦੇ ਨੇ। ਮੇਰੇ ਆਪਣੇ ਪਿਆਰਿਆਂ ਨੇ ਕਿਹਾ ਕਿ ਜੀ ਫਲਾਂ ਹੈ ਤੇ ਟਮਕਾਨ ਹੈ, ਉਹ ਡਿਸਕਰੇਜ ਕਰਨ ਵਾਸਤੇ। ਲੇਕਿਨ ਇਹ ਵੇ ਕਿ ਅਸੀਂ ਲੋਕਾਂ 'ਚ ਕੁਝ ਥੋੜੀ ਜਿਹੀ ਸਟਰੈਂਥ ਆ ਜਾਂਦੀ ਹੈ, ਕੋਈ ਚਲੋ ਬਾਹਰ ਬੈਠ ਗਿਆ, ਮੈਂ ਤਾਂ ਪਰਵਾਹ ਹੀ ਨਹੀਂ ਕਿਸੇ ਦੀ ਕਰਦੀ ਕਿਉਂਕਿ ਅਸੀਂ ਆਪਣੇ ਆਪ ਨੂੰ ਅਕਾਊਂਟੇਬਲ ਹੈ ਨਾ, ਸਾਡਾ ਇੱਕ ਆਪਣਾ ਅੰਦਰ ਹੈ। ਪਰ ਜੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਆਪਣੇ ਪਾਕਿਸਤਾਨ 'ਚ ਨੇ ਔਰ ਜਿਹੜੇ ਇਨਸਾਨਾਂ ਦੀ ਸ਼ਕਲ 'ਚ ਭੇੜੀਏ ਤੇ ਜਾਨਵਰ ਜਿਹੜੇ ਬੈਠੇ ਨੇ, ਉਹ ਔਰਤਾਂ ਕਿੰਨਾ ਕੁ ਅੰਦਰ ਬੈਠੀਆਂ ਰਹਿਣ। ਹੁਣ ਤੇ ਵਕਤ ਬਦਲ ਗਿਆ, ਵਕਤ ਬਦਲ ਗਿਆ ਨਾ। ਤੁਸੀਂ ਕੀ ਦੇਖਦੇ ਹੋ ਪਾਕਿਸਤਾਨ ਦੇ ਵਿੱਚ ਔਰਤ ਦੀ ਤਰੱਕੀ ਕਿਹੜੀ ਸ਼ਕਲ 'ਚ ਤੁਹਾਨੂੰ ਨਜ਼ਰ ਆਉਂਦੀ ਹੈ? ਪਾਕਿਸਤਾਨ ਵਿੱਚ ਔਰਤ ਦੀ ਤਰੱਕੀ ਹੈ ਜੀ ਕਿ ਜਿਹੜੇ ਸਟੀਰੀਓਟਾਈਪਸ ਨੇ ਉਹਨਾਂ ਨੂੰ ਤੋੜਾ ਜਾਏ। ਤੁਹਾਡੀ ਆਬਾਦੀ ਦਾ ਅੱਧਾ ਹਿੱਸਾ ਜਿਹੜਾ ਹੈ ਉਹ ਔਰਤਾਂ ਨੇ। ਤੁਹਾਡੀ ਫਰਜ਼ ਕਰੋ ਕਿ ਅਗਰ ਸਾਡਾ ਮੁਲਕ ਜਿਹੜਾ ਹੈ 2 ਪਹੀਆਂ ਵਾਲੀ ਇੱਕ ਰੇਹੜੀ ਹੈ ਤੇ ਇੱਕ ਪਹੀਏ ਦੇ ਉੱਤੇ ਸਾਰਾ ਵਜ਼ਨ ਹੈ ਇਕੋਨਮੀ ਦਾ, ਤੇ ਇੱਕ ਪਹੀਆ ਜਿਹੜਾ ਹੈ ਉਹ ਨਾਲ ਹੈ ਹੀ ਨਹੀਂ ਰੇਹੜੀ ਦੇ। ਤੇ ਦੂਜਾ ਇਹ ਕਿ ਜਿਸ ਤਰ੍ਹਾਂ ਦਾ ਵਕਤ ਔਰ ਚੀਜ਼ਾਂ ਬਦਲ ਰਹੀਆਂ, ਜਿਵੇਂ ਜ਼ਿੰਦਗੀ ਬਹੁਤ ਮਹਿੰਗੀ ਔਰ ਮੁਸ਼ਕਿਲ ਹੋ ਗਈ ਹੈ, ਵਕਤ ਦੀ ਜ਼ਰੂਰਤ ਹੈ। ਜਿਹੜੇ ਮਾਂ ਪਿਓ ਧੀਆਂ ਨੂੰ ਪੜ੍ਹਾਉਂਦੇ ਨੇ ਉਹਨਾਂ 'ਚ ਬਹੁਤ ਸਾਰੀ ਜਿਹੜੀ ਬਦਕਿਸਮਤੀ ਹੈ ਕਿ ਜਿਹੜਾ ਅਸੀਂ ਉਹ ਵੀ ਸਾਨੂੰ ਲੱਗਦਾ ਹੈ ਕਿ ਬੜੀ ਵੱਡੀ ਫੇਵਰ ਦੇ ਰਹੇ ਨੇ ਸਾਨੂੰ ਯੂਨੀਵਰਸਿਟੀ ਤੇ ਉਹਦੇ 'ਚ ਕਰ ਰਹੇ ਨੇ, ਤੇ ਉਹਦੇ ਪਿੱਛੇ ਵੀ ਜ਼ਿਆਦਾ ਬਹੁਤ ਵੱਡੀ ਮੈਜੋਰਿਟੀ ਆਪਣੀ ਧੀਆਂ ਨੂੰ ਯੂਨੀਵਰਸਿਟੀ 'ਚ ਇਸ ਲਈ ਕਰਦੀ ਹੈ ਕਿ ਇਹਨਾਂ ਦੇ ਰਿਸ਼ਤੇ ਸਹੀ ਜਗ੍ਹਾ ਤੇ ਹੋ ਜਾਣ। ਆਪਣੀ ਧੀ ਨੂੰ ਇਕੁਅਲ ਹਿਊਮਨ ਬੀਇੰਗ ਕੰਸੀਡਰ ਹੀ ਨਹੀਂ ਕਰਨਾ। ਜਦੋਂ ਇਹ ਪੁੱਤਰ ਜਿਹੜਾ ਹੈ ਉਹ ਸਾਰੀ ਰਾਤ ਬਾਹਰ ਫਿਰ ਰਿਹਾ ਹੈ, ਉਹ ਨਸ਼ੇ ਕਰ ਰਿਹਾ ਹੈ, ਉਹ ਕਿੱਥੇ ਕਰ ਰਿਹਾ, ਜੋ ਕਰ ਰਿਹਾ ਉਹਦੇ ਤੇ ਕੋਈ ਚੈੱਕ ਨਹੀਂ। ਧੀ ਜਿਹੜੀ ਹੈ ਅਗਰ ਉਹ ਆਪਣੇ ਯੂਨੀਵਰਸਿਟੀ ਜਾਂ ਕਾਲਜ ਦੇ ਕਿਸੇ ਇਵੈਂਟ ਤੋਂ ਅਗਰ ਸ਼ਾਮ ਹਨੇਰੇ ਤੋਂ ਬਾਅਦ ਆ ਗਈ ਘਰ ਤੇ ਉਹਦੇ ਲਈ ਅਜ਼ਾਬ ਹੈ। ਤੇ ਜਿਹੜੀ ਉਹ ਡਿਸਕ੍ਰਿਮੀਨੇਸ਼ਨ ਹੈ ਨਾ ਘਰਾਂ ਦੇ ਲੈਵਲ ਤੇ ਔਰ ਸਟੇਟ ਦੇ ਲੈਵਲ ਤੇ ਹੈ ਕਿ ਇਕੁਅਲ ਅਪਰਚੁਨਿਟੀਜ਼ ਹੋਣ। ਅਗਰ ਤੁਹਾਡੇ ਮੁਲਕ ਦੀ ਅੱਧੀ ਆਬਾਦੀ ਇੱਥੇ ਆ ਗਈ ਯੂਨੀਵਰਸਿਟੀਆਂ, ਤੁਸੀਂ ਜਦੋਂ ਇੱਥੇ ਆਓ ਤੇ ਦੇਖਣਾ ਤੁਹਾਨੂੰ ਯੂਨੀਵਰਸਿਟੀਆਂ 'ਚ ਕਮਰਿਆਂ ਦੇ ਕਲਾਸਰੂਮ ਵਿੱਚ ਕੁੜੀਆਂ ਦੀ ਤਾਦਾਦ ਜ਼ਿਆਦਾ ਹੈ, ਮੁੰਡੇ ਘੱਟ ਨਹੀਂ, ਕਿਉਂਕਿ ਸਾਡੇ ਮੁੰਡੇ ਮਿਹਨਤ ਮਜ਼ਦੂਰੀ ਲਈ ਮੁਖਤਲਿਫ ਕੰਮਾਂ ਲਈ ਮੁਲਕ ਤੋਂ ਬਾਹਰ ਨਿਕਲੇ ਹੋਏ। ਤੇ ਉਹ ਕੁੜੀਆਂ ਜਿਹੜੀਆਂ ਪੜ੍ਹ ਲਿਖ ਕੇ ਨਿਕਲ ਰਹੀਆਂ ਨੇ ਉਹਨਾਂ ਲਈ ਤੁਸੀਂ ਸਰਕਾਰੀ ਔਰ ਗੈਰ ਸਰਕਾਰੀ ਹਰ ਜਗ੍ਹਾ ਤੇ ਉਨੀਆਂ ਅਗਰ ਨੌਕਰੀਆਂ ਨਹੀਂ ਰੱਖੋਗੇ ਤੇ ਫਿਰ ਉਹ ਜਿਹੜੀ ਇੱਕ ਬ੍ਰੇਨ ਸਟ੍ਰੋਮਿੰਗ ਹੈ ਜਿਹੜੀ ਤੁਸੀਂ ਸੁਸਾਇਟੀ ਦੀ ਕਰਦੇ ਹੋ, ਜਿਹੜੀਆਂ ਤੁਹਾਡੀਆਂ ਕਿਤਾਬਾਂ ਨੇ ਛੋਟੇ ਬੱਚਿਆਂ ਦੇ ਕਾਇਦੇ ਔਰ ਕਿਤਾਬਾਂ ਨੇ ਜਿਹਦੇ ਵਿੱਚ ਤੁਸੀਂ ਰੋਲ ਬਣਾਏ ਹੋਏ ਨੇ ਕਿ ਇਹ ਜਿਹੜੀ ਰਜ਼ੀਆ ਹੈ ਉਹਦਾ ਇਹ ਰੋਲ ਹੈ ਕਿ ਰਜ਼ੀਆ ਕੱਪੜੇ ਧੋ ਰਹੀ ਹੈ ਤੇ ਅਸਲਮ ਜਿਹੜਾ ਹੈ ਉਹ ਬਾਹਰ ਫਿਰ ਰਿਹਾ ਹੈ। ਤੇ ਉਹ ਸਾਰੀ ਇਹ ਅੰਗਰੇਜ਼ਾਂ ਦੇ ਜ਼ਮਾਨੇ 'ਚ ਸ਼ਾਇਦ ਇਹ ਚੀਜ਼ਾਂ ਠੀਕ ਸਨ, ਉਹਨਾਂ ਨੇ ਆਪਣੇ ਹਿਸਾਬ ਨਾਲ। ਸਾਡਾ ਕੋਈ ਤਲੀਮੀ ਨਿਜ਼ਾਮ ਵਿੱਚ ਕੋਈ ਬਿਹਤਰੀ ਨਹੀਂ ਆਈ। ਜਿਹੜੀਆਂ ਵੀ ਕੁੜੀਆਂ ਜਾਂ ਔਰਤਾਂ ਅੱਗੇ ਆਈਆਂ ਨੇ ਆਪਣੀ ਹਿੰਮਤ ਤੇ ਆਈਆਂ ਨੇ, ਉਹਨਾਂ ਦੀ ਕੋਈ ਸਟੇਟ ਵੱਲੋਂ ਕੋਈ ਫੈਸਿਲਿਟੇਸ਼ਨ ਨਹੀਂ ਕਿ ਸਟੇਟ ਨੇ ਉਹਨਾਂ ਨੂੰ ਕੋਈ ਇਨਕਰੇਜ ਕੀਤਾ ਹੈ ਜਾਂ ਐਮਪਾਵਰ ਕੀਤਾ ਹੈ। ਤੇ ਉਹ ਆਪਣੀ ਜਦੋਂ ਔਰਤਾਂ ਜਿਹੜੀਆਂ ਨੇ ਪਾਰਲੀਮੈਂਟ ਵਿੱਚ ਵੀ ਆਈਆਂ ਨੇ ਤਾਂ ਉਹਦੀ ਵਜ੍ਹਾ ਇਹ ਸੀ ਕਿ ਉੱਥੇ ਪਾਬੰਦੀ ਲੱਗ ਗਈ ਕਿ BA ਕਰਕੇ ਤੁਸੀਂ
ਇਲੈਕਸ਼ਨ ਲੜ ਸਕਦੇ ਹੋ, ਤੇ ਭਰਾ ਜਾਂ ਪਿਓ ਜਿਹੜੇ ਨੇ ਉਹ ਅਨਪੜ੍ਹ ਸਨ ਤੇ ਧੀਆਂ ਜਾਂ ਭੈਣਾਂ ਉਹਨਾਂ ਕੋਲ BA ਦੀ ਡਿਗਰੀ ਸੀ, ਤੇ ਉਹਨਾਂ ਨੂੰ ਅਸੀਂ ਇਲੈਕਸ਼ਨ ਲੜਾ ਦਿੱਤੇ, ਤੇ ਬੜਾ ਅਸੀਂ ਪੂਰੀ ਦੁਨੀਆ 'ਚ ਕਿਹਾ ਜੀ ਬੜੀ ਗੱਲ ਹੋ ਗਈ। ਇਹ ਗੱਲ ਹੈ ਕਿ ਇੱਕ ਔਰਤ ਨੂੰ ਤੁਸੀਂ ਇਲੈਕਸ਼ਨ MNA ਬਣ ਗਈ, ਕਿਆ ਉਹ ਵਾਕਈ ਇੰਪਾਵਰਡ ਹੈ? ਕਿਆ ਸਾਰੇ ਉਹਦੇ ਫੈਸਲੇ ਉਹ ਖੁਦ ਕਰਦੀ ਜਾਂ ਉਹਦਾ ਪਿਓ ਕਰਦਾ ਜਿਹਨੇ ਉਹ ਇਲੈਕਸ਼ਨ ਲੜਨਾ ਸੀ, ਕਿਆ ਭਰਾ ਕਰਦਾ? ਕਿ ਉਹ ਸਾਰਾ ਨਾ ਡਿਫਰੈਂਟ ਇੱਕ ਲੰਮੀ ਇੱਕ ਜੰਗ ਹੈ, ਇੱਕ ਲੰਮੀ ਜਦੋਜਹਿਦ ਹੈ। ਜਦੋਂ ਔਰਤ ਕਹਿੰਦੀ ਹੈ ਕਿ ਮੇਰਾ ਜਿਸਮ ਤੇ ਮੇਰੀ ਮਰਜ਼ੀ, ਤੇ ਉਹਨੂੰ ਇਹਨਾਂ ਨੇ ਇੰਨੀ ਵਲਗੈਰਿਟੀ ਔਰ ਏਡਾ ਘਟੀਆ ਔਰ ਛੋਟਾ ਜ਼ਹਿਨ ਹੈ। ਹਾਂ, ਜਿਹੜਾ ਮੇਰਾ ਜਿਸਮ ਮੇਰੀ ਮਰਜ਼ੀ ਜਿਹੜਾ ਸਿੱਧਾ ਸਿੱਧਾ ਰੇਪ ਤੇ ਅਪਲਾਈ ਹੁੰਦਾ ਹੈ, ਕਿ ਮੈਂ ਅਗਰ ਇੱਕ ਆਦਮੀ ਜਿਹੜਾ ਹੈ ਉਹਦੇ 'ਚ ਮੈਂ ਇੰਟਰਸਟਡ ਹੀ ਨਹੀਂ, ਮੈਂ ਗੱਡੀ 'ਚ ਬੈਠੀ ਹਾਂ, ਘਰ 'ਚ ਬੈਠੀ ਹਾਂ, ਜਿਹੜੇ ਹੁਣ ਰੀਸੈਂਟ ਵਾਕਿਆਤ ਨੇ ਕਿ ਖਾਵਨ ਦੀ ਮੌਜੂਦਗੀ 'ਚ ਆ ਕੇ ਚੋਰੀ ਕਰਨ ਆਏ ਨੇ ਤੇ ਹਸਬੈਂਡ ਵੀ ਸਾਹਮਣੇ ਹੈ, ਤੇ 3-4 ਬੰਦੇ ਬੀਵੀ ਨੂੰ ਰੇਪ ਕਰ ਗਏ। ਮੈਂ ਇਹ ਜਿਹੜੀ ਸੋਚ ਹੈ, ਜਿਹੜਾ ਬੰਦਿਆਂ ਦਾ ਇੰਨਾ ਘਟੀਆ ਜ਼ਹਿਨ ਹੈ, ਤੇ ਇਹ ਔਰਤ ਹੋਣ ਦੀ ਵਜ੍ਹਾ ਤੋਂ ਮੇਰੀ ਇਹ ਸਮਝ ਤੋਂ ਬਾਹਰ ਹੈ ਕਿ ਇੱਕ ਬੰਦਾ ਜਿਹੜਾ ਹੈ ਉਹ ਇਸ ਲੈਵਲ ਤੇ ਕਿਵੇਂ ਜਾ ਸਕਦਾ ਹੈ ਕਿ ਤੁਸੀਂ ਬਿਲਕੁਲ ਜਾਨਵਰਾਂ ਦੀਆਂ ਵੀ ਵੈਲਿਊਜ਼ ਨੇ। ਅਸੀਂ ਘਰਾਂ 'ਚ ਅਸੀਂ ਬਚਪਨ ਤੋਂ ਕੁੱਤਿਆਂ 'ਚ ਪਲੇ ਆ, ਵੱਡੇ ਹੋਏ ਆ, ਕਿ ਕਿੰਨਾ ਉਹ ਤੁਹਾਨੂੰ ਫੀਲ ਕਰਦੇ ਨੇ, ਕਿੰਨਾ ਤੁਹਾਡੇ ਦੁੱਖ ਨੂੰ ਮਹਿਸੂਸ ਕਰਦੇ ਨੇ ਜਾਨਵਰ। ਇਹਨਾਂ ਨੂੰ ਤੇ ਜਾਨਵਰ ਕਹਿਣਾ ਵੀ ਜਾਨਵਰਾਂ ਦੀ ਵੀ ਤੋਹੀਨ ਹੈ। ਬਿਲਕੁਲ। ਅੱਛਾ, ਕੀ ਵਜ੍ਹਾ ਹੈ ਇਹ ਇੰਨੇ ਜ਼ਿਆਦਾ ਜਾਨਵਰ ਜਿਹੜੇ ਨੇ, ਇਨਸਾਨੁਮਾ ਜਾਨਵਰ ਮੈਂ ਕਹਾਂਗੀ ਇਹਨਾਂ ਨੂੰ, ਇਹ ਜਿਹੜੇ ਇੰਨੇ ਜ਼ਿਆਦਾ ਜਾਨਵਰ ਸਾਡੀ ਸੁਸਾਇਟੀ 'ਚ ਬਹੁਤ ਪੈਦਾ ਹੋ ਚੁੱਕੇ ਨੇ, ਉਹਦੀ ਕੀ ਵਜ੍ਹਾ ਹੈ? ਲॉलेसनेस ਜਾਂ ਫਿਰ ਜਿਹੜਾ ਉਹ ਮਾਈਂਡ ਸੈਟ ਹੈ। ਦੇਖੋ ਜੀ, ਉਂਝ ਤੇ ਕਹਿੰਦੇ ਨੇ ਕੋ ਐਜੂਕੇਸ਼ਨ ਬੁਰੀ ਤੇ ਇਹ ਬੁਰੀ, ਤੇ ਸਿੱਖ ਲਵੋ ਤੇ ਰੇਪ ਹੋਵੋਗੇ, ਮਤਲਬ ਕੰਡੀਸ਼ਨਲ ਕਰ ਦਿੱਤਾ ਨਾ। ਮਤਲਬ ਜਿਹੜੀ ਔਰਤ ਹੈ, ਜੇ ਉਹਨੇ ਦੁਪੱਟਾ ਨਹੀਂ ਲਿਆਦਾ ਤੇ ਉਹ ਇੱਕ ਬਦਮਾਸ਼ ਔਰਤ ਹੈ, ਉਲੂਸ ਕੈਰੈਕਟਰ। ਤੇ ਉਹ ਫਿਰ ਕੀ ਹੁੰਦਾ, ਉਹਦੇ 'ਚ ਬੁਰਾਈ ਦੋਨੋਂ ਤਰਫ ਪੈਦਾ ਹੋ ਜਾਂਦੀ ਹੈ। ਇੱਕ ਤੇ ਇਹ ਮਰਦਾਂ ਦੀ ਜਿਹੜੀ ਸ਼ਿਵਲਿਜ਼ਮ ਵਾਲੀ ਚੀਜ਼ ਔਰ ਸਟੀਰੀਓਟਾਈਪ ਥਾਟ, ਇੱਕ ਦੂਜਾ ਫਿਰ ਜਿਹੜੀਆਂ ਕੁਛ ਆਪਣੀਆਂ ਹੈ ਨਾ, ਉਹ ਕਹਿੰਦੀਆਂ ਨਾ ਕਿ ਠੀਕ ਹੈ ਫਿਰ ਦੁਪੱਟਾ ਲੈ ਕੇ ਕਰ ਲੈਂਦੇ ਆ, ਜੋ ਦਿਲ ਕਰਦਾ ਕਰ ਲੈਂਦੇ ਆ। ਇਹ ਵੀ ਚੀਜ਼ ਇਹਦਾ ਅਸਲ ਵਿੱਚ ਮਸਲਾ ਉਹੀ ਹੈ ਕਿ ਜਿਹੜੀ ਹੈ ਨਾ, ਜਿਹੜਾ ਰੂਲ ਆਫ ਲਾਅ ਹੈ, ਪੂਰੀ ਦੁਨੀਆ 'ਚ ਇਹ ਹੁੰਦਾ ਹੈ। ਅਗਰ ਅਮਰੀਕਾ 'ਚ ਮੈਂ ਰਹਿੰਦੀ ਸਾਂ, ਤੇ ਅਮਰੀਕਾ ਦੇ ਵਿੱਚ ਇਹ ਸੀ ਕਿ ਫਰਜ਼ ਕਰੋ ਮੈਂ ਸੜਕ ਤੇ ਜਾ ਰਹੀ ਹਾਂ ਤੇ ਮੈਨੂੰ ਕੋਈ ਗੋਲੀ ਲੱਗ ਗਈ ਹੈ ਜਾਂ ਮੈਨੂੰ ਕੁਝ ਹੋ ਗਿਆ, ਤੇ ਮੈਂ ਸਟੇਟ ਦੀ ਸਿਟੀਜ਼ਨ ਹਾਂ, ਮੈਂ ਉੱਥੇ ਰਹਿੰਦੀ ਹਾਂ, ਤੇ ਸਟੇਟ ਰਿਸਪੌਂਸੀਬਲ ਹੈ, ਤੇ ਮੇਰਾ ਜਿਹੜਾ ਵੀ ਕੇਸ ਅਦਾਲਤ ਤੇ ਜਾਏਗਾ ਉਹਦੇ ਮੇਰੇ ਪਿੱਛੇ ਰਿਆਸਤ ਖੜੀ ਹੋਏਗੀ। ਇੱਥੇ ਜਿਹੜੀ ਹੈ ਰਿਆਸਤ ਦੂਜੇ ਪਾਸੇ ਆ ਜਾਂਦੀ ਹੈ। ਮੈਂ ਰੇਪ ਹੋ ਗਈ ਹਾਂ ਅਗਰ ਇੱਥੇ ਪਾਕਿਸਤਾਨ ਵਿੱਚ, ਤੇ ਪਹਿਲੇ ਤੇ ਮੈਂ ਇੱਕ ਖੌਫਨਾਕ ਪ੍ਰੋਸੈਸ ਤੋਂ ਗੁਜ਼ਰਨਾ ਹੈ ਕਿ ਦੱਸਣ ਵਾਸਤੇ ਕਿ ਵਾਕਈ ਮੇਰਾ ਰੇਪ ਹੋਇਆ, ਉਹ ਮਨਵਾਉਣ ਲਈ ਉਹ ਸਾਰਾ। ਫਿਰ ਜਿਹੜਾ ਹੈ ਇੱਥੇ, ਕਿਉਂਕਿ ਜਿਸ ਲੈਵਲ ਦਾ ਕਾਨੂੰਨ ਸਾਜ਼ੀ ਹੋਣੀ ਚਾਹੀਦੀ ਉਸ ਤਰ੍ਹਾਂ ਦੀ ਨਹੀਂ ਹੋਈ। ਜਿੰਨੇ ਵੀ ਇੱਥੇ ਐਕਸਟ੍ਰੀਮਿਸਟ ਟਾਈਪ ਲੋਕ ਨੇ, ਉਹ ਫੌਰਨ ਦੀ ਉਹ ਜ਼ਰਾ ਗੱਲ ਹੋਏ ਕਹਿੰਦੇ ਸੜਕਾਂ ਤੇ ਫਾਂਸੀ ਦਿਓ, ਸੜਕਾਂ ਤੇ ਫਾਂਸੀ ਦੇਣ ਨਾਲ ਮਸਲੇ ਹੱਲ ਨਹੀਂ ਹੁੰਦੇ। ਇਹ ਹੱਲ ਨਹੀਂ ਹੈਗਾ। ਤੇ ਸਾਡੀ ਜਿਹੜੀ ਹੈ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਕਾਫੀ ਮੈਸਡ ਅਪ ਚੀਜ਼ਾਂ ਨੇ, ਸਾਡੀ ਜੁਡੀਸ਼ਰੀ ਉਸ ਤਰ੍ਹਾਂ ਦੀ ਨਹੀਂ। ਜਿਹੜੇ ਕੇਸਿਸ ਅਦਾਲਤ ਤੇ ਜਾਂਦੇ ਨੇ ਉਹਦੇ ਚ 95% ਲੋਕ ਜਿਹੜੇ ਨੇ ਉਹ ਬਰੀ ਹੋ ਜਾਂਦੇ ਨੇ, ਲੋਕਾਂ ਨੂੰ ਸਜ਼ਾ ਨਹੀਂ ਹੁੰਦੀ। ਤੇ ਲੋਕਾਂ ਨੂੰ ਸਜ਼ਾ ਜਿਹੜੀ ਹੈ, ਇੱਕ ਰੇਪਿਸਟ ਜਿਹੜਾ ਹੈ ਉਹਨੂੰ ਉਮਰ ਕੈਦ ਦੀ ਸਜ਼ਾ ਹੋਏ ਕਿ ਉਹਨੇ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਰਹਿਣਾ ਹੈ, ਤੇ ਉਹਨੂੰ ਪਤਾ ਹੋਏ, ਲੋਕ ਉਹਨਾਂ ਦੇ ਸਾਹਮਣੇ ਐਗਜ਼ਾਮਪਲਸ ਹੋਣ ਕਿ ਜੀ ਫਲਾਂ ਜਗ੍ਹਾ ਤੇ ਇਹ ਹੋਇਆ ਸੀ, ਤੇ ਉਹ ਦੇਖੋ ਉਹਨੂੰ ਇੰਨੀ ਲੰਬੀ ਸਜ਼ਾ ਹੋਗੀ। ਤੇ ਕਈ ਵਾਰੀ ਉਹ ਜਿਹੜਾ ਸਜ਼ਾ ਦਾ ਖੌਫ ਹੈ ਉਹ ਵੀ ਇਨਸਾਨ ਨੂੰ ਬਦਲਦਾ ਹੈ। ਤੇ ਇੱਥੇ ਫਿਰ ਅਕਸਰ ਜਿਹੜਾ ਹੈ ਮੇਰੀ ਨਜ਼ਰ ਵਿੱਚ ਇਸ ਤਰ੍ਹਾਂ ਦੇ ਜਿਹੜੇ ਐਡਵੈਂਚਰ ਨੇ ਰੇਪ ਕਰਨ ਵਾਲੇ, ਤੇ ਗੈਂਗ ਰੇਪ, ਤੇ ਇਹਦੇ ਵਿੱਚ ਸ਼ਾਇਦ ਪ੍ਰਿਵਿਲੇਜ ਲੋਕ ਜ਼ਿਆਦਾ ਹੁੰਦੇ ਨੇ ਉਹਦੇ, ਤੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਹਰ ਜਗ੍ਹਾ ਤੇ ਛੁੱਟ ਜਾਣਾ ਹੈ, ਕਿਉਂਕਿ ਇੱਥੇ ਕਾਨੂੰਨ ਜਿਹੜਾ ਸਿਰਫ ਗਰੀਬ ਬੰਦੇ ਲਈ ਹੈ। ਜਿਹੜੀ ਸਜ਼ਾ ਉਹਨੂੰ ਮਿਲਣੀ ਹੈ ਗਰੀਬਾਂ ਨੂੰ ਮਿਲਣੀ। ਸਾਡੀ ਕਾਨੂੰਨ ਸਾਜ਼ੀ ਦੀ ਇਹ ਹਾਲਤ ਹੈ ਕਿ ਅਦਾਲਤ ਇੱਕ ਬੰਦੇ ਨੂੰ 10 ਸਾਲ ਬਾਅਦ ਬਰੀ ਕਰਦੀ, ਤੇ ਉਹ ਜਿਹੜੀ ਹੈ ਉਹਦੀ ਉਹ 10 ਸਾਲ ਬਾਅਦ ਅਦਾਲਤ ਬਰੀ ਕਰ ਦਿੰਦੀ ਬੰਦੇ ਨੂੰ। ਪਤਾ ਲੱਗਦਾ ਉਹਨੂੰ ਤੇ 6 ਸਾਲ ਪਹਿਲੇ ਫਾਂਸੀ ਹੋ ਚੁੱਕੀ। ਜਿਹੜਾ ਇੱਥੇ ਕਾਨੂੰਨੀ ਨਿਜ਼ਾਮ ਹੈ, ਤੇ ਜਿਹੜਾ ਹੈ
ਜਦੋਂ ਤੁਸੀਂ ਜੱਜਾਂ ਨੂੰ ਇਸ ਕੰਮ ਤੇ ਲਾਇਆ ਕਿ ਤੁਸੀਂ ਸਿਆਸਤਦਾਨਾਂ ਦੀ ਬਸ ਪਰਸੀਕਿਊਸ਼ਨ ਕਰੋ, ਇਹਨਾਂ ਨੂੰ ਜੇਲ੍ਹਾਂ 'ਚ ਪਾਓ, ਇਹ ਜੇਲ੍ਹਾਂ ਤੋਂ ਬਾਹਰ ਨਾ ਆਉਣ, ਜਿਹੜਾ ਸਿਆਸਤਦਾਨ ਬੋਲੇ ਅਗਲੇ ਦਿਨ ਉਹ ਅੰਦਰ ਹੋਏ। ਤੇ ਜੱਜ ਜਦੋਂ ਇਸ ਕੰਮ ਤੇ ਲੱਗੇ ਨੇ, ਕੋਈ ਇੰਡੀਪੈਂਡੈਂਟ ਜੁਡੀਸ਼ਰੀ ਨਹੀਂ ਹੈ। ਅਸੀਂ ਲਾਇਰਸ ਮੂਵਮੈਂਟ ਵਿੱਚ ਮੈਂ 2 ਵਾਰੀ ਜੇਲ੍ਹ ਗਈ ਉਸ ਸਟਰਗਲ ਦੇ ਵਿੱਚ। ਸਾਨੂੰ ਸੀ ਕਿ ਇਹ ਚੀਜ਼ਾਂ ਬਦਲ ਰਹੀਆਂ ਨੇ, ਵਕੀਲ ਉੱਠੇ ਨੇ, ਜੱਜ ਨੇ ਇੱਕ ਨੇ ਨਾ ਕਰ ਦਿੱਤੀ, ਇੱਥੇ ਪਤਾ ਨਹੀਂ ਇਸ ਤੋਂ 2008 ਤੋਂ ਬਾਅਦ ਜਿਹੜਾ ਇੰਡੀਪੈਂਡੈਂਟ ਜੁਡੀਸ਼ਰੀ ਹੋਏਗੀ। ਲੇਕਿਨ ਉਹ ਅਸੀਂ ਬਿਲਕੁਲ ਉਹਦੇ ਆਪੋਜ਼ਿਟ ਦੇਖਿਆ। ਇੰਨੀ ਬਦਕਿਸਮਤੀ ਹੈ ਕਿ ਜਿਹੜੇ ਬੰਦੇ ਦਾ ਜੋ ਕੰਮ ਹੈ ਉਹਨੇ ਉਹ ਨਹੀਂ ਕਰਨਾ। ਦੁਨੀਆ ਦੀ ਕਿਸੇ ਜਗ੍ਹਾ ਤੇ ਜੱਜ ਜਿਹੜਾ ਹੈ, ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਅਗਰ ਥੋੜੀ ਜਿਹੀ ਰਿਸਰਚ ਕਰੋਗੇ, ਜੱਜ ਕਦੀ ਵੀ ਪਬਲਿਕ ਗੈਦਰਿੰਗ ਵਿੱਚ ਨਹੀਂ ਜਾਏਗਾ, ਕਿਉਂਕਿ ਉਹਦਾ ਨਿਊਟਰਲ ਹੋਣਾ ਬਹੁਤ ਜ਼ਰੂਰੀ ਹੈ। ਹਾਂ, ਸਾਡੇ ਕਿਉਂਕਿ ਪੁੱਠਾ ਹੀ ਕੰਮ ਹੈ ਸਾਰਾ। ਉਹ ਜਿਹੜੇ ਨੇ ਇਸ਼ਾਰਿਆਂ ਤੇ ਚੱਲਣ ਵਾਲੇ ਅਦਾਰੇ ਨੇ ਸਾਡੇ, ਕੋਈ ਉਸ ਤਰ੍ਹਾਂ ਨਹੀਂ ਹੈ। ਮੈਂ ਇਹ ਉਹ ਗੱਲ ਹੈ ਜਿਹੜੀ ਮੈਂ ਬਹੁਤ ਦੁਖੀ ਦਿਲ ਔਰ ਸ਼ਰਮ ਨਾਲ ਕਹਿ ਰਹੀ ਹਾਂ। ਜਿਹੜੇ ਮੈਂ ਤੇ ਮੇਰੇ ਵਰਗੇ ਹੋਰ ਬਹੁਤ ਸਾਰੇ ਲੋਕ ਜਿਹੜੇ ਇਸ ਮੁਲਕ ਨੂੰ ਬਿਹਤਰ ਕਰਨ ਵਿੱਚ ਲੱਗੇ ਨੇ, ਉਹ ਸਿਰਫ ਇਹ ਚਾਹੁੰਦੇ ਨੇ ਕਿ ਇੱਥੇ ਐਸੀਆਂ ਚੀਜ਼ਾਂ ਹੋਣ ਕਿ ਅਸੀਂ ਬਦਨਾਮੀ ਤੋਂ ਕਿਸੇ ਤਰ੍ਹਾਂ ਬਚੀਏ। ਇਹ ਪਤਾ ਬੜੀ ਸ਼ਰਮ ਦੀ ਗੱਲ ਹੁੰਦੀ ਹੈ, ਕਿਉਂਕਿ ਹੁਣ ਤੇ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਇਹ ਚੁਟਕੀ ਦੇ ਨਾਲ ਉਧਰ ਗੱਲ ਹੁੰਦੀ ਹੈ, ਉਧਰ ਸਾਰੀ ਦੁਨੀਆ ਤੇ ਫੈਲੀ ਹੁੰਦੀ ਹੈ। ਅਸੀਂ ਲੋਕ ਬਾਹਰ, ਤੁਸੀਂ ਨਿਊਯਾਰਕ 'ਚ ਰਹੇ ਹੋ, ਬਾਹਰ ਬੈਠਨੇ ਆ, ਸਾਡੇ ਲਈ ਤੇ ਸਾਡੇ ਸਿਰ ਝੁਕ ਜਾਂਦੇ ਸ਼ਰਮ ਦੇ ਨਾਲ। ਅਸੀਂ ਬੈਠ ਕੇ ਆਪਣੇ ਸਾਡੇ ਦੂਸਰੇ ਕਲਚਰ ਦੇ ਲੋਕ ਹੈ, ਅਸੀਂ ਉਹਨਾਂ ਨੂੰ ਜਵਾਬ ਦੇਣ ਜੋਗੇ ਨਹੀਂ ਹੈ। ਸਾਡੇ ਮੂੰਹ ਸੀ ਇੰਜ ਹੀ ਹੁੰਦਾ ਨਾ, ਸ਼ਰਮ ਨੂੰ। ਬਿਲਕੁਲ। ਅੱਛਾ, ਤੁਸੀਂ ਤੁਹਾਡੇ ਨਾਲ ਆਖਰੀ ਸਵਾਲ ਕਰਾਂਗੀ ਕਿ ਦੀਪ ਸਈਦਾ ਨੂੰ ਗਰਾਊਂਡ ਰਿਐਲਿਟੀਜ਼ ਦਾ ਵੀ ਪਤਾ, ਸਟਰਗਲ ਦਾ ਵੀ ਪਤਾ, ਕੁਛ ਥੋੜੀ ਜੀ ਜੋ ਇਸ ਮੈਸਡ ਸਿਸਟਮ ਦਾ ਵੀ ਪਤਾ, ਇਸ ਦੇ ਬਾਵਜੂਦ she is going on ਤੇ ਇਹ ਕਿਹੜਾ ਜਜ਼ਬਾ, ਮਤਲਬ ਇਹ ਤੁਸੀਂ ਇਸ ਦੇ ਬਾਵਜੂਦ ਤੁਸੀਂ ਦੇਖ ਰਹੇ ਹੋ, ਇੱਕ ਜਿਸ ਤਰ੍ਹਾਂ ਤੁਸੀਂ ਦੱਸਿਆ ਲਾਇਰਸ ਦੀ ਮੂਵਮੈਂਟ ਦੇ ਵਿੱਚ, ਤੇ ਉਹਦੇ ਬਾਅਦ ਕੱਖ ਵੀ ਨਹੀਂ ਨਜ਼ਰ ਆਇਆ, ਤੇ ਮਾਯੂਸੀ ਨਹੀਂ ਹੁੰਦੀ? ਮੈਂ ਜਦੋਂ ਇੱਥੇ 91 92 ਵਿੱਚ ਲਾਹੌਰ ਵਿੱਚ ਆਈ, ਤੇ ਜਿਹੜੇ ਸਾਡੇ ਜਿਨ੍ਹਾਂ ਲੋਕਾਂ ਨਾਲ ਇੰਟਰੈਕਸ਼ਨ ਹੋਇਆ, ਜਿਹੜੇ MRD ਤੇ ਡਿਫਰੈਂਟ ਮੂਵਮੈਂਟ ਜੇਲ੍ਹਾਂ 'ਚ ਰਹਿ, ਜਿਨ੍ਹਾਂ ਨੇ ਕੋੜੇ ਖਾਦੇ ਤੇ ਜ਼ਿਆਉਲਕ ਦੇ ਜ਼ਮਾਨੇ ਸਜ਼ਾਵਾਂ ਲਈਆਂ ਬਿਹਤਰੀ ਲਈ, ਤੇ ਜਿੰਨੇ ਲੋਕਾਂ ਨਾਲ ਵੀ ਮੁਲਾਕਾਤ ਹੋਈ, ਹਰ ਇੱਕ ਕਹਿੰਦਾ ਸੀ ਇੱਥੇ ਕੁਝ ਨਹੀਂ ਹੋਣਾ, ਆਪਣਾ ਵਕਤ ਨਾ ਜ਼ਾਇਆ ਕਰੀ, ਇੱਥੇ ਕੁਝ ਨਹੀਂ ਹੋਣਾ। ਲੇਕਿਨ ਮੈਂ ਇਸ ਗੱਲ ਤੇ ਕਨਵਿੰਸਡ ਹਾਂ, ਐਜ਼ ਇੱਕ ਐਕਟਿਵਿਸਟ ਜਾਂ ਇੱਕ ਇਨਸਾਨ ਹੋਣ ਦੇ ਨਾਤੇ, ਅਗਰ ਮੈਂ ਅੱਜ ਇਹ ਸੋਚ ਲਵਾਂ ਕਿ ਇੱਥੇ ਕੁਝ ਨਹੀਂ ਹੋਣਾ, ਤੇ ਮੈਂ ਨਹੀਂ ਸਮਝਦੀ ਮੇਰੇ ਜ਼ਿੰਦਾ ਰਹਿਣ ਦੀ ਕੋਈ ਜਸਟੀਫਿਕੇਸ਼ਨ ਹੈ। ਇੱਕ ਉਮੀਦ ਹੈ, ਮੈਂ ਕਨਵਿੰਸਡ ਹਾਂ ਅਗਰ ਮੇਰੀ ਜ਼ਿੰਦਗੀ 'ਚ ਨਹੀਂ ਤੇ ਮੇਰੇ ਬੱਚੇ ਆਪਣੀ ਜ਼ਿੰਦਗੀ ਦੇਖਣਗੇ, ਉਹ ਪਾਕਿਸਤਾਨ ਜਿਹੜਾ ਕਾਇਦੇ ਆਜ਼ਮ ਨੇ ਜਿਹਦਾ ਖਾਬ ਦੇਖਿਆ ਸੀ, ਜਿੱਥੇ ਹਰ ਇਨਸਾਨ ਬਰਾਬਰ ਹੋਏਗਾ, ਉਹਦਾ ਮਜ਼ਹਬ ਤੇ ਰੰਗ ਨਸਲ ਦੀ ਬੁਨਿਆਦ ਤੇ ਉਹਦੇ ਨਾਲ ਕੋਈ ਫਰਕ ਨਹੀਂ ਹੋਏਗਾ, ਤੇ ਰੂਲ ਆਫ ਲਾਅ ਹੋਏਗਾ। ਜਿਹੜਾ ਮਾੜੇ ਤੋਂ ਮਾੜਾ ਗਰੀਬ ਬੰਦਾ ਉਹਨੂੰ ਵੀ ਪਤਾ ਹੋਏਗਾ ਕਿ ਮੈਂ ਜਾ ਕੇ ਜੱਜ ਦੇ ਪੇਸ਼ ਹੋਵਾਂਗਾ ਤੇ ਮੈਨੂੰ ਔਰ ਇਨਸਾਫ ਮਿਲੇਗਾ। ਔਰ ਜਿੱਥੇ ਜਮਹੂਰੀਅਤ ਤਾਕਤਵਰ ਹੋਏਗੀ, ਲੋਕਾਂ ਨੂੰ ਪਤਾ ਹੋਏਗਾ ਕਿ ਜਿਹਨਾਂ ਨੂੰ ਅਸੀਂ ਵੋਟ ਦੇ ਕੇ ਲਿਆਨੇ ਆ, ਉਹਦੇ ਕੋਲ ਸਾਰੀ ਤਾਕਤ ਹੈ, ਉਹ ਸਾਡੇ ਲਈ ਪਾਲਿਸੀਜ਼ ਬਣਾਏਗਾ, ਸਾਡੇ ਲਈ ਬਿਹਤਰੀ ਕਰੇਗਾ। ਤੇ ਉਹ ਅਗਰ ਉਮੀਦ ਨਾ ਹੋਏ ਤੇ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ। ਅਗਰ ਮੇਰੇ ਅੰਦਰ ਨਾ ਉਮੀਦੀ ਹੋਏ ਕਿ ਇੱਥੇ ਕੁਝ ਨਹੀਂ ਹੋਣਾ, ਮੇਰੀ ਤੇ ਕੋਈ ਜਸਟੀਫਿਕੇਸ਼ਨ ਨਹੀਂ ਜ਼ਿੰਦਾ ਰਹਿਣ ਦੀ। ਤੇ ਇੱਕ ਜਿਹੜੀ ਚੀਜ਼ ਹੈ, ਤੁਸੀਂ ਆਖਰੀ ਸਵਾਲ ਕੀਤਾ, ਇੱਕ ਚੀਜ਼ ਜਿਹਦਾ ਮੈਂ ਹੋਰ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਸਾਡੇ ਇੱਥੇ ਅੱਜ ਤੋਂ 15 ਸਾਲ ਪਹਿਲੇ ਸਾਡੇ ਪੰਜਾਬ ਦਾ ਇੱਕ ਬੜੀ ਵੱਡੀ ਹਸਤੀ ਨੇ, ਭਗਤ ਸਿੰਘ ਸਾਹਿਬ, ਉਹਨਾਂ ਦੇ ਨੈਫਿਊ ਇੱਥੇ ਆਏ ਸਨ ਲਾਹੌਰ। ਕੁਲਦੀਪ ਨਈਅਰ ਇੱਕ ਬੜਾ ਵੱਡਾ ਨਾਂ ਹੈ, ਜਿਨ੍ਹਾਂ ਦੇ ਫੁੱਟਪ੍ਰਿੰਟ ਨੂੰ ਮੈਂ ਫੋਲੋ ਕੀਤਾ। ਮੇਰੇ ਉਹ ਬਾਪ ਦੀ ਤਰ੍ਹਾਂ ਸਨ, ਇੰਡੀਆ ਪਾਕਿਸਤਾਨ ਦੋਸਤੀ ਲਈ ਉਹ ਰੋਲ ਮਾਡਲ ਸਨ ਮੇਰੇ। ਉਹਨਾਂ ਨੇ ਬਹੁਤ ਕੰਮ ਕੀਤਾ, ਤੇ ਉਹ ਆਪਣੇ ਨਾਲ ਕੁਝ ਲੋਕਾਂ ਨੂੰ ਲਿਆਏ ਸਨ, ਜਿਨ੍ਹਾਂ ਚੋਂ ਇੱਕ ਭਗਤ ਸਿੰਘ ਦੇ ਨੈਫਿਊ ਵੀ ਸਨ। ਤੇ ਪਤਾ ਚੱਲਿਆ ਕਿ ਜੀ ਭਗਤ ਸਿੰਘ ਨੇ, ਜ਼ਾਹਿਰ ਅਸੀਂ ਇੱਥੇ ਸਾਨੂੰ ਸਿਲੇਬਸ ਵਿੱਚ ਨਹੀਂ ਪੜ੍ਹਾਉਂਦੇ ਇਹ ਜਿਹੀਆਂ ਚੀਜ਼ਾਂ, ਲੇਕਿਨ ਉਂਝ ਅਸੀਂ ਪੜ੍ਹਿਆ ਹੋਇਆ ਸੀ ਕਿ ਭਗਤ ਸਿੰਘ ਕੌਣ ਹੈ। ਪਤਾ ਚੱਲਿਆ ਉਹਨਾਂ ਦੇ ਭਾਂਜੇ ਨੇ ਕਿਹਾ ਸਾਨੂੰ ਕਿ ਤੁਸੀਂ ਇੱਥੇ ਇਸ ਜੇਲ੍ਹ ਵਿੱਚ ਸੀ, ਤੇ ਉਹਦੀ ਉਹ ਜਿਹੜੀ ਫਾਂਸੀ ਘਾਟ ਹੈ ਉਹਦਾ ਤਾਂ ਪਤਾ ਕਰੋ ਕਿੱਥੇ ਸੀ। ਤੇ ਉਹ ਅਸੀਂ ਕੁਝ ਦਿਨਾਂ ਬਾਅਦ ਹੀ ਜੇਲ੍ਹ ਦੇ ਜਾ ਕੇ ਨਕਸ਼ੇ ਨੁਕਸ਼ੇ ਵੇਖ ਕੇ ਪਤਾ ਲੱਗ ਗਿਆ ਕਿ ਜਿਹੜੀ ਇੱਥੇ ਕੈਂਪ ਜੇਲ੍ਹ ਸੀ ਉਹ ਬਾਅਦ ਦੇ ਸ਼ਾਦਮਾਨ ਕਲੋਨੀ ਬਣ ਗਈ। ਤੇ ਸ਼ਾਦਮਾਨ ਦਾ ਇੱਕ ਚੌਕ ਹੈ ਜਿਹਦੀ ਉਹ ਫਾਂਸੀ ਘਾਟ ਸੀ, ਜਿੱਥੇ ਉਹਨੂੰ ਫਾਂਸੀ ਲਾਈ ਗਈ। ਤੇ ਅਸੀਂ
ਮੈਂ ਜਿਹੜਾ ਹੈ ਪੰਜਾਬ ਗਵਰਨਮੈਂਟ ਨੂੰ ਇੱਕ ਐਪਲੀਕੇਸ਼ਨ ਦੇ ਦਿੱਤੀ ਕਿ ਇਹ ਚੌਕ ਜਿਹੜਾ ਸ਼ਾਦਮਾਨ ਚੌਕ ਹੈ ਇਹਦਾ ਨਾਮ ਭਗਤ ਸਿੰਘ ਚੌਕ ਰੱਖਿਆ ਜਾਏ। ਤੇ ਇਹ ਮੈਂ ਕੌਨਫੀਡੈਂਸ ਹਾਂ ਕਿ ਅਗਰ ਤੁਹਾਡਾ ਲੈਲਪੁਰ ਦਾ ਸ਼ਹਿਰ ਜਿਹੜਾ ਹੈ ਇੱਕ ਅਰਬੀ ਦੇ ਨਾਂ ਤੇ ਫਿਰ ਸ਼ਾਹ ਫੈਸਲ ਦੇ ਨਾਂ ਤੇ ਉਹਨੂੰ ਤੁਸੀਂ ਫੈਸਲਾਬਾਦ ਕਰ ਦਿੰਦੇ ਹੋ, ਜੇ ਸਰਬੀ ਦਾ ਜ਼ਮੀਨ ਨਾਲ ਕੋਈ ਤਾਲੁਕ ਨਹੀਂ। ਤੇ ਭਗਤ ਸਿੰਘ ਜਿਹੜਾ ਹੈ, ਚਾਹੇ ਮੈਂ ਇੱਕ ਨॉन ਵਾਇਲੈਂਸ ਤੇ ਬਿਲੀਵ ਕਰਨੀ ਹੈ, ਮੈਂ ਉਹਨਾਂ ਦੀ ਆਈਡੀਓਲੋਜੀ ਤੋਂ ਐਗਰੀ ਨਹੀਂ ਕਰਦੀ 100%, ਲੇਕਿਨ ਉਹ ਪੰਜਾਬ ਦਾ ਇੱਕ ਬਹੁਤ ਵੱਡਾ ਹੀਰੋ ਹੈ, ਯੰਗ ਲੋਕ ਰੈਵੋਲੂਸ਼ਨਰੀ। ਉਹਨਾਂ ਨੇ ਟੀ-ਸ਼ਰਟਾਂ ਪਾਈਆਂ ਹੁੰਦੀਆਂ ਭਗਤ ਸਿੰਘ ਦੀ ਫੋਟੋਆਂ ਵਾਲੀਆਂ, ਤੇ ਜਿੰਦੀ ਉਮਰ ਦਾ ਜ਼ਿਆਦਾ ਹਿੱਸਾ ਇੱਥੇ ਲਾਹੌਰ ਗੁਜ਼ਰਿਆ, ਤੇ ਅਸੀਂ ਉਹਨੂੰ ਚੌਕ ਦਾ ਨਾਂ ਕਿਉਂ ਨਹੀਂ ਦੇ ਸਕਦੇ। ਤੇ ਉਹ ਵੀ ਇੱਕ ਸਟਰਗਲ ਹੈ ਜਿਹੜੀ ਮੁਸਲਸਲ ਹੈ। ਉਹਦੇ ਵਿੱਚ ਫਿਰ ਉਹ ਜਦੋਂ ਅਨਾਉਂਸ ਹੋ ਗਿਆ ਤੇ ਮੌਲਵੀਆਂ ਨੇ ਮੇਰੇ ਤੇ ਹਮਲਾ ਕਰ ਦਿੱਤਾ। ਤੇ ਉਹ ਚੀਜ਼ਾਂ ਨੇ ਕਿ ਉਹ ਜਿਹੜਾ ਹੈ ਨਾ ਕਿ ਇੰਨੀ ਵਾਰੀ ਮੇਰੀ ਹਿਊਮਿਲੀਏਸ਼ਨ ਹੋਈ ਹੈ, ਜਾਂ ਮੈਨੂੰ ਪੁਲਿਸ ਕੋਲੋਂ ਜਾਂ ਮੇਰੇ ਤੇ ਪਰਚਾ ਹੋਇਆ ਜਾਂ ਹਰਾਸਮੈਂਟ ਹੈ, ਉਹਦੇ ਨਾਲ ਮੇਰੀ ਤਾਕਤ ਵਧੀ ਹੈ, ਕਿਉਂਕਿ ਮੈਂ ਸਮਝਣੀ ਆਪਣੇ ਦੁੱਖ ਨੂੰ ਆਪਣੀ ਤਾਕਤ ਬਣਾਓ, ਔਰ ਤਾਂ ਕਿ ਤੁਹਾਨੂੰ ਕੋਈ ਹਰਾ ਨਾ ਸਕੇ। ਥੈਂਕ ਯੂ। Salute. Oh my God. It's really so good to talk to you, ਕਿਉਂਕਿ ਤੁਹਾਡਾ ਹੱਥ ਹੁਣ ਬਹੁਤ ਥੱਕ ਵੀ ਗਿਆ ਹੋਵੇਗਾ। ਗਿਮੀ ਟੀਵੀ ਥੈਂਕ ਯੂ ਕਹਿੰਦਾ ਹੈ ਦੀਪ ਜੀ। Oh my God. I'm really grateful. Thank you so much. Thank you. Thank you, Rab Rakha.